ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ, ਅੰਕ 18ਵਾਂ। ਚਾਹ ਦਾ ਸਮਾਨ ਚੁੱਕਿਆ ਗਿਆ। ਕਰਮੋ ਚੌਂਕੇ ਭਾਂਡੇ ਦਾ ਕੰਮ ਮੁਕਾ ਕੇ ਚਲੀ ਗਈ। ਸਬਜ਼ੀ ਉਹ ਤਿਆਰ ਕਰ ਗਈ ਸੀ ਤੇ ਰੋਟੀ ਪੁੰਨਿਆ ਨੇ ਆਪ ਪਕਾਣੀ ਸੀ, ਜਿਸ ਕਰਕੇ ਕਰਮੋ ਦੇ ਕਰਨ ਲਈ ਕੋਈ ਕੰਮ ਬਾਕੀ ਨਹੀਂ ਸੀ। ਪਰਮਾ ਆਪਣੇ ਨਵੇਕਲੇ ਕਮਰੇ ਵਿੱਚ ਘੁਰਾੜੇ ਮਾਰ ਰਿਹਾ ਸੀ। ਹਾਂ, ਕਰੋ ਸ਼ੁਰੂ, ਡਾਕਟਰ ਨੇ ਕਿਹਾ, ਜਿਸ ਦੇ ਜਵਾਬ ਵਿੱਚ ਪੁੰਨਿਆ ਬੋਲੀ, ਮੇਰੀ ਸਲਾਹ ਹੈ ਡਾਕਟਰ ਜੀ, ਪਹਿਲਾਂ ਤੁਸੀਂ ਹੀ ਆਪਣਾ ਜੋ ਕੁਝ ਦੱਸਣ ਪੁੱਛਣ ਵਾਲਾ ਜੇ ਖਤਮ ਕਰ ਲਓ, ਕਿਉਂਕਿ ਮੇਰਾ ਕਿੱਸਾ ਕੁਝ ਜ਼ਿਆਦਾ ਲੰਮਾ ਹੈ। ਚੰਗਾ, ਡਾਕਟਰ ਬੋਲਿਆ, ਜੇ ਤੁਹਾਡੀ ਇਹੋ ਇੱਛਾ ਹੈ ਤਾਂ ਇਵੇਂ ਸਹੀ, ਪਰ ਮੈਂ ਤੁਹਾਥੋਂ ਇੱਕ ਗੱਲ ਦਾ ਇਕਰਾਰ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਅੱਜ ਦਿਲ ਦੀ ਕੋਈ ਗੱਲ ਮੇਥੋਂ ਨਾ ਲੁਕਾਣੀ, ਕਿਉਂਕਿ ਮੈਂ ਅੱਜ ਕੁਝ ਨਹੀਂ ਲੁਕਾਣਾ। ਬਿਲਕੁਲ ਨਹੀਂ ਲੁਕਾਵਾਂਗੀ, ਪਰ ਇੱਕ ਗੱਲ ਦਾ ਇਕਰਾਰ ਮੈਂ ਵੀ ਤੁਹਾਡੇ ਪਾਸੋਂ ਲੈਣਾ ਚਾਹੁੰਦੀ ਹਾਂ। ਤੁਸੀਂ ਤਾਂ ਪੁੰਨਿਆ ਜੀ ਬਰਾਬਰ ਨਹਿਲੇ ਉੱਤੇ ਦਹਿਲਾ ਮਾਰੀ ਜਾ ਰਹੇ ਹੋ। ਅੱਛਾ ਦੱਸੋ, ਕਿਹੜਾ ਇਕਰਾਰ ਮੰਗਦੇ ਜੇ? ਕਿ ਮੇਰੀ ਕਿਸੇ ਗੱਲ ਤੋਂ ਨਾਰਾਜ਼ ਨਹੀਂ ਹੋਵੋਗੇ, ਕਿਉਂਕਿ ਮੈਂ ਤੁਹਾਡੀ ਕਿਸੇ ਗੱਲ ਤੋਂ ਨਾਰਾਜ਼ ਨਹੀਂ ਹੋਵਾਂਗੀ। ਇਸ ਦਾ ਮਤਲਬ ਇਹ ਹੋਇਆ ਕਿ ਅੱਜ ਸਾਨੂੰ ਦੋਹਾਂ ਨੂੰ ਖੁੱਲ੍ਹ ਹੈ ਸਭ ਕੁਝ ਕਹਿਣ ਦੀ ਤੇ ਦੋਹਾਂ ਉੱਤੇ ਪਾਬੰਦੀ ਹੈ ਸਭ ਕੁਝ ਸਹਿਣ ਦੀ। ਬੇਸ਼ੱਕ, ਤਾਂ ਯਕੀਨ ਰੱਖੋ ਮੈਂ ਆਪਣਾ ਇਕਰਾਰ ਨਹੀਂ ਤੋੜਾਂਗਾ ਤੇ ਮੈਂ ਵੀ ਨਹੀਂ ਤੋੜਾਂਗੀ। ਅੱਛਾ, ਹੁਣ ਤੁਸੀਂ ਜੋ ਵੀ ਕਹਿਣਾ ਹੈ ਜੇ ਨਿਸੰਗ ਹੋ ਕੇ ਕਹੋ। ਪੁੰਨਿਆ ਜੀ, ਡਾਕਟਰ ਗੰਭੀਰ ਹੋ ਕੇ ਬੋਲਿਆ, ਮੈਂ ਆਪਣੇ ਖਿਆਲਾਂ ਨੂੰ ਨਾ ਤਾਂ ਵਧਾ ਚੜਾ ਕੇ ਨਾ ਹੀ ਕਿਸੇ ਸ਼ਾਇਰਾਨਾ ਰੰਗ ਵਿੱਚ ਰੰਗ ਕੇ ਬਿਆਨ ਕਰਨਾ ਚਾਹੁੰਦਾ ਹਾਂ। ਬਿਲਕੁਲ ਸਾਦੇ ਤੇ ਘੱਟ ਤੋਂ ਘੱਟ ਲਫ਼ਜ਼ਾਂ ਵਿੱਚ ਖਤਮ ਕਰਾਂਗਾ। ਪਿਛਲੇ ਦਿਨਾਂ ਵਿੱਚ ਮੈਂ ਆਪਣੀ ਜ਼ਿੰਦਗੀ ਬਾਬਤ ਕਾਫੀ ਕੁਝ ਤੁਹਾਨੂੰ ਦੱਸ ਚੁੱਕਾ ਹਾਂ। ਜੇ ਕੋਈ ਗੱਲ ਲੁਕਾਈ ਹੈ ਤਾਂ ਇਹੋ ਜਿਹੜੀ ਇਸ ਵੇਲੇ ਦੱਸਣ ਲੱਗਾ ਹਾਂ। ਦੱਸੋ ਦੱਸੋ, ਪੁੰਨਿਆ ਨੇ ਜ਼ੋਰ ਦਿੱਤਾ। ਪੁੰਨਿਆ ਜੀ, ਡਾਕਟਰ ਦੀ ਆਵਾਜ਼ ਡੂੰਘੇ ਜਜ਼ਬੇ ਵਿੱਚ ਭਿੱਜੀ ਹੋਈ ਸੀ, ਮੈਂ ਮੁੱਢ ਤੋਂ ਹੀ ਕੁਝ ਵਹਿਮੀ ਜਿਹਾ ਵਾਕਿਆ ਹੋਇਆ ਹਾਂ। ਜ਼ਿੰਦਗੀ ਜਿਉਣ ਦਾ ਮਿਆਰ ਬੜਾ ਅਨੋਖਾ ਜਿਹਾ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅੱਜ ਤੱਕ ਮੇਰੀ ਜ਼ਿੰਦਗੀ ਅਧੂਰੀ ਹੈ। ਮੈਂ ਆਪਣੀ ਰਹਿਣੀ ਬਹਿਣੀ ਬਾਬਤ ਕਿਸੇ ਮਹਾਨਤਾ ਦਾ ਦਾਈਆ ਤਾਂ ਨਹੀਂ ਕਰ ਸਕਦਾ, ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਅੱਜ ਤੱਕ ਮੈਂ ਜਿੰਨਾ ਜੀਵਨ ਜੀਵਿਆ ਹੈ ਇਹ ਕਿਸੇ ਤਰ੍ਹਾਂ ਦੀ ਵੀ ਮੈਲ ਤੋਂ ਰਹਿਤ ਹੈ। ਬਾਕੀ ਇਹ ਦੱਸਣ ਦੀ ਵੀ ਮੈਨੂੰ ਲੋੜ ਨਹੀਂ ਕਿ ਬਤੌਰ ਇੱਕ ਇਨਸਾਨ ਦੇ ਮੈਂ ਆਪਣੇ ਫਰਜ਼ਾਂ ਨੂੰ ਕਿੱਥੋਂ ਤੀਕ ਨਿਭਾਇਆ ਹੈ। ਤੇ ਮੁਆਫ ਕਰਨਾ ਪੁੰਨਿਆ ਜੀ, ਮੈਂ ਆਪਣੀ ਤਰਤੀਬ ਨੂੰ ਇਸ ਵੇਲੇ ਕਾਇਮ ਨਹੀਂ ਰੱਖ ਰਿਹਾ। ਪਤਾ ਨਹੀਂ ਲੱਗਦਾ ਕਿ ਕੀ ਬੋਲਣਾ ਹੈ ਤੇ ਕੀ ਬੋਲ ਗਿਆ ਹਾਂ। ਸ਼ਾਇਦ। ਉਸ ਦੀ ਗੱਲ ਨੂੰ ਕੱਟਦੀ ਹੋਈ ਪੁੰਨਿਆ ਬੋਲੀ, ਪਰ ਖਿਮਾ ਕਰਨਾ ਡਾਕਟਰ ਜੀ, ਤੁਸੀਂ ਲੰਮੀ ਕਥਾ ਦੇ ਫੇਰ ਵਿੱਚ ਪੈਂਦੇ ਹੀ ਕਿਉਂ ਹੋ? ਗੱਲ ਤਾਂ ਜਿਹੜੀ ਤੁਸੀਂ ਕਹਿਣੀ ਹੈ ਉਹ ਮੈਂ ਸਮਝ ਹੀ ਗਈ ਹਾਂ। ਜੇ ਤੁਹਾਨੂੰ ਉਸ ਦੇ ਬਿਆਨ ਕਰਨ ਵਿੱਚ ਅੜਚਨ ਜਾਪਦੀ ਹੈ ਤਾਂ ਮੈਂ ਹੀ ਦੱਸ ਦਿੰਦੀ ਹਾਂ। ਜੇ ਕਰ ਸਕੋ ਤਾਂ ਮੇਰਾ ਸੰਕਟ ਦੂਰ ਹੋ ਜਾਵੇ। ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ, ਇਹੋ ਕਿ ਕੁਝ ਹੋਰ? ਪੁੰਨਿਆ ਨੇ ਇਹ ਗੱਲ ਐਡੇ ਸਰਲ ਢੰਗ ਨਾਲ ਕਹਿ ਦਿੱਤੀ ਜਿਵੇਂ ਚਾਹ ਦੀ ਪਿਆਲੀ ਲਈ ਖੰਡ ਦਾ ਜ਼ਿਕਰ ਕੀਤਾ ਗਿਆ ਹੋਵੇ। ਡਾਕਟਰ ਅੱਖਾਂ ਪਾੜ ਕੇ ਉਸ ਵੱਲ ਤੱਕਣ ਲੱਗਾ। ਕਿਸੇ ਕੁਆਰੀ ਲੜਕੀ ਦੇ ਮੂੰਹੋਂ ਐਡੇ ਸਪਸ਼ਟ ਤੇ ਸਾਦੇ ਢੰਗ ਨਾਲ ਇਹੋ ਜਿਹਾ ਵਾਕ ਸੁਣਨ ਦਾ ਉਸ ਲਈ ਆਪਣੀ ਜ਼ਿੰਦਗੀ ਵਿੱਚ ਪਹਿਲਾ ਹੀ ਮੌਕਾ ਸੀ ਤੇ ਡੂੰਘੀ ਭੇਦ ਖੋਜਵੀਂ ਨਜ਼ਰ ਨਾਲ ਉਸਨੇ ਇੱਕ ਵਾਰੀ ਫਿਰ ਪੁੰਨਿਆ ਵੱਲ ਤੱਕਿਆ, ਸ਼ਾਇਦ ਇਹ ਜਾਣਨ ਲਈ ਕਿ ਇੰਨੀ ਸੁਖੈਨਤਾ ਨਾਲ ਇਹ ਗੱਲ ਮੂੰਹੋਂ ਕੱਢਣ ਤੋਂ ਪੁੰਨਿਆ ਦੀ ਕੀ ਮੁਰਾਦ ਸੀ। ਉਸ ਦੇ ਖਿਆਲ ਵਿੱਚ ਇਸ ਦੇ ਦੋ ਕਾਰਨ ਹੋ ਸਕਦੇ ਹਨ, ਜਾਂ ਤਾਂ ਸੱਚੇ ਦਿਲ ਇਕਰਾਰ ਤੇ ਜਾਂ ਸਖਤ ਕਿਸਮ ਦਾ ਇਨਕਾਰ। ਪਰ ਕੋਸ਼ਿਸ਼ ਕਰਦਾ ਹੋਇਆ ਵੀ ਉਹ ਸਪਸ਼ਟ ਤੌਰ ਤੇ ਨਾ ਪੁੰਨਿਆ ਦੇ ਚਿਹਰੇ ਤੋਂ ਕੁਝ ਸਮਝ ਸਕਿਆ, ਨਾ ਹੀ ਉਸ ਦੇ ਬੋਲਣ ਦੇ ਢੰਗ ਤੋਂ। ਪੁੰਨਿਆ ਦੇ ਇਸ ਉਚਾਰਨ ਤੋਂ ਬਾਅਦ ਇੱਕ ਅੱਧ ਮਿੰਟ ਦੋ ਪਾਸੀ ਚੁੱਪ ਵਰਤੀ ਰਹੀ, ਜਿਸ ਨੂੰ ਸ਼ੇਖਰ ਡਾਕਟਰ ਨੇ ਨਹੀਂ, ਪੁੰਨਿਆ ਨੇ ਹੀ ਤੋੜਿਆ। ਦੱਸੋ, ਮੇਰਾ ਟੀਚਾ ਠੀਕ ਹੈ ਕਿ ਗਲਤ? ਡਾਕਟਰ ਇਸ ਵੇਲੇ ਪੁੰਨਿਆ ਦੇ ਸਾਹਮਣੇ ਬੈਠਾ ਆਪਣੇ ਆਪ ਨੂੰ ਕੁਝ ਇਉਂ ਪ੍ਰਤੀਤ ਕਰ ਰਿਹਾ ਸੀ ਜਿਵੇਂ ਉਸਤਾਦ ਦੇ ਸਾਹਮਣੇ ਸ਼ਾਗਿਰਦ। ਤੁਸਾਂ ਬਿਲਕੁਲ ਠੀਕ ਸਮਝਿਆ ਹੈ ਪੁੰਨਿਆ ਜੀ। ਕਹਿੰਦਿਆਂ ਉਸਨੇ ਇੱਕ ਵਾਰੀ ਫਿਰ ਉਸਦੇ ਚਿਹਰੇ ਉੱਤੇ ਨਜ਼ਰ ਗੱਡੀ, ਪਰ ਫਿਰ ਵੀ ਉਸਦੇ ਪੱਲੇ ਕੁਝ ਨਾ ਪਿਆ। ਹੁਣ ਉਹ ਬੇਸਬਰੀ ਨਾਲ ਪੁੰਨਿਆ ਦੇ ਮੂੰਹੋਂ ਨਿਕਲਣ ਵਾਲੇ ਕਿਸੇ ਉਸ ਵਾਕ ਜਾਂ ਸ਼ਬਦ ਦੀ ਉਡੀਕ ਵਿੱਚ ਸੀ ਜਿਹੜਾ ਦੂਜੇ ਅਰਥਾਂ ਵਿੱਚ ਉਸ ਲਈ ਸਫਲਤਾ ਜਾਂ ਅਸਫਲਤਾ ਦੋਹਾਂ ਵਿੱਚੋਂ ਇੱਕ ਦਾ ਪ੍ਰਤੀਕ ਸਾਬਿਤ ਹੋਣ ਵਾਲਾ ਸੀ। ਪਰ ਪੁੰਨਿਆ ਕੁਝ ਨਹੀਂ ਬੋਲੀ। ਅਖੀਰ ਡਾਕਟਰ ਨੂੰ ਹੀ ਬੋਲਣਾ ਪਿਆ। ਇਸ ਬਾਬਤ ਤੁਹਾਡਾ ਵਿਚਾਰ ਮੈਂ ਜਾਣਨਾ ਚਾਹੁੰਦਾ ਹਾਂ ਪੁੰਨਿਆ। ਮੇਰਾ? ਉਹ ਐਤਕੀ ਜਰਾ ਗੰਭੀਰ ਹੋ ਕੇ ਬੋਲੀ। ਡਾਕਟਰ ਜੀ, ਆਪਣੇ ਵਿਆਹ ਬਾਰੇ ਮੇਰਾ ਫੈਸਲਾ ਇਤਨਾ ਕਾਲਾ ਨਹੀਂ। ਮੈਂ 5 ਸਾਲਾਂ ਵਿੱਚ ਜਿਸ ਗੱਲ ਦਾ ਫੈਸਲਾ ਨਹੀਂ ਕਰ ਸਕੀ ਉਸ ਦਾ ਇੰਨੀ ਜਲਦੀ ਕੀਕਨ ਕਰ ਸਕਦੀ ਹਾਂ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸਾਂ ਹਜੇ ਇਸ ਮਾਮਲੇ ਉੱਤੇ ਹੋਰ ਵੀ ਸੋਚਣਾ ਹੈ? ਮੈਂ ਇਕੱਲੀ ਨੇ ਹੀ ਨਹੀਂ ਡਾਕਟਰ ਜੀ, ਸਾਨੂੰ ਦੋਹਾਂ ਨੂੰ ਸੋਚਣਾ ਪਵੇਗਾ।
ਬਾਕੀ ਇਹ ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ, ਜੇ ਤੁਹਾਡੇ ਦਿਲ ਵਿੱਚ ਮੇਰੇ ਲਈ ਥਾਂ ਹੈ ਤਾਂ ਮੇਰਾ ਦਿਲ ਵੀ ਇਸ ਦੇ ਅਸਰ ਤੋਂ ਬਚਿਆ ਹੋਇਆ ਨਹੀਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਜੇ ਤੁਹਾਨੂੰ ਅਪਣਾਉਣ ਵਿੱਚ ਕਾਮਯਾਬ ਹੋ ਸਕਦੀ। ਇਸ ਬੁਝਾਰਤ ਦੀ ਡਾਕਟਰ ਨੂੰ ਪੂਰੀ ਤਰ੍ਹਾਂ ਸਮਝ ਨਾ ਸਕੀ। ਉਸ ਦੀ ਆਸ਼ਾ ਦੀ ਥੰਬੀ ਥੋੜੀ ਜਿਹੀ ਡਗਮਗਾਈ ਤੇ ਉਹ ਬੋਲਿਆ, ਪੁੰਨਿਆ ਜੀ, ਮੈਂ ਤੁਹਾਨੂੰ ਸੱਚੇ ਦਿਲੋਂ ਯਕੀਨ ਦਿਵਾਉਂਦਾ ਹਾਂ ਕਿ ਸੋਚਣ ਵਿਚਾਰਨ ਦੇ ਸਾਰੇ ਮਰਹਲੇ ਮੈਂ ਤੈਅ ਕਰ ਚੁੱਕਾ ਹਾਂ। ਖਿਮਾ ਕਰਨਾ ਡਾਕਟਰ ਜੀ, ਇਹ ਕੀਕਨ ਹੋ ਸਕਦਾ ਹੈ ਜਦ ਕਿ ਮੇਰੀ ਬਾਬਤ ਹਾਲੇ ਤੁਹਾਨੂੰ ਇਤਨੀ ਵੀ ਵਾਕਫੀਅਤ ਨਹੀਂ ਕਿ ਮੈਂ ਕੀ ਹਾਂ ਤੇ ਕਿਹੋ ਜਿਹੀ ਹਾਂ। ਮੈਨੂੰ ਜਿੰਨਾ ਕੁਝ ਪਤਾ ਹੈ ਉਦੋਂ ਵੱਧ ਜਾਣਨ ਦੀ ਮੈਂ ਇੱਛਾ ਹੀ ਨਹੀਂ ਰੱਖਦਾ, ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇੱਕ ਮੁਸਲਮਾਨ ਦੇ ਘਰ ਵਿੱਚ ਕਾਫੀ ਚਿਰ। ਬਸ ਡਾਕਟਰ ਚਿল্ਲਾਇਆ, ਹੋਰ ਕੁਝ ਨਾ ਕਹਿਣਾ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਪਾਕਿਸਤਾਨੀਆਂ ਦੇ ਕਬਜ਼ੇ 'ਚੋਂ ਛੁੱਟ ਕੇ ਆਈਆਂ ਹੋਈਆਂ ਦੇਵੀਆਂ ਗੰਗਾ ਜਲ ਵਾਂਗ ਪਵਿੱਤਰ ਨੇ, ਪਰ ਇਹ ਗੱਲ ਜੇ ਉਹ ਨਾ ਕਹਿੰਦੇ ਤਾਂ ਵੀ ਮੇਰੇ ਲਈ ਤੁਸੀਂ ਗੰਗਾ ਜਲ ਵਾਂਗ ਹੀ ਨਹੀਂ ਸਗੋਂ ਗੰਗਾ ਵਾਂਗ ਪਵਿੱਤਰ ਹੁੰਦੇ। ਇਹ ਠੀਕ ਹੈ, ਪੁੰਨਿਆ ਅੱਧ ਵਿਸ਼ਵਾਸੀ ਜਿਹੇ ਰੌਂ ਵਿੱਚ ਬੋਲੀ, ਕਿ ਮਹਾਤਮਾ ਗਾਂਧੀ ਵਰਗੇ ਮਹਾਪੁਰਸ਼ ਦੇ ਇਸ ਫਤਵੇ ਨੂੰ ਤੁਸੀਂ ਸਿਰ ਮੱਥੇ ਤੇ ਰੱਖ ਕੇ ਆਪਣੀ ਉਦਾਰਤਾ ਦਾ ਸਬੂਤ ਦੇ ਰਹੇ ਹੋ, ਪਰ ਖਿਮਾ ਕਰਨਾ, ਇਸ ਮਾਮਲੇ ਵਿੱਚ ਮੈਂ ਕਿਸੇ ਦੀ ਉਦਾਰਤਾ ਜਾਂ ਮਿਹਰਬਾਨੀ ਦੀ ਖਾਹਿਸ਼ਮੰਦ ਨਹੀਂ ਹਾਂ। ਗੱਲ ਮੇਰੀ ਰਤਾ ਕੌੜੀ ਲੱਗੇਗੀ ਤੁਹਾਨੂੰ, ਪਰ ਸੱਚ ਕਹਿਣ ਦਾ ਕੀ ਡਰ ਹੈ। ਮੈਂ ਉਸ ਦੇਵਤਾ ਦੇ ਚਰਨਾਂ ਵਿੱਚ ਆਪਣਾ ਤਨ ਮਨ ਭੇਟ ਚੜਾਵਾਂਗੀ ਜਿਹੜਾ ਪਹਿਲਾਂ ਮੇਰੇ ਪਾਸ ਤਨ ਮਨ ਦੀ ਭੇਟਾ ਲੈ ਕੇ ਆਵੇਗਾ। ਪਰ ਇਹ ਭੇਟਾ ਤਾਂ ਮੈਂ ਅੱਜ ਤੋਂ ਨਹੀਂ, ਉਸੇ ਦਿਨ ਤੋਂ ਲਈ ਖੜਾ ਹਾਂ ਜਿਸ ਦਿਨ ਤੁਹਾਡੀ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਡਾਕਟਰ ਜੀ, ਸ਼ਾਇਰਾਂ ਵਾਲੀਆਂ ਗੱਲਾਂ ਕਰਨ ਦਾ ਇਹ ਮੌਕਾ ਨਹੀਂ। ਅਸੀਂ ਇਸ ਵੇਲੇ ਜ਼ਿੰਦਗੀ ਦਾ ਵੰਜ਼ ਕਰਨ ਵਾਲੇ ਹਾਂ ਤੇ ਨਿਰਾ ਜਜ਼ਬੇ ਦੇ ਅਸਰ ਹੇਠ ਇਹ ਮਾਮਲਾ ਨਹੀਂ ਨਜਿੱਠਿਆ ਜਾ ਸਕਦਾ। ਤਾਂ ਫਿਰ ਤੁਸੀਂ ਹੀ ਦੱਸੋ, ਹੋਰ ਕੀਕਨ ਨਜਿੱਠਿਆ ਜਾ ਸਕਦਾ ਹੈ? ਇਸ ਤਰ੍ਹਾਂ ਕਿ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਹਰ ਪਹਿਲੂ ਤੋਂ ਵੇਖ ਘੋਖ ਲਈਏ। ਪਰ ਮੈਂ ਤਾਂ ਵੇਖ ਘੋਖ ਚੁੱਕਾ ਹਾਂ। ਅਲਬੱਤਾ ਤੁਸੀਂ ਜਿਸ ਤਰ੍ਹਾਂ ਚਾਹੋ ਮੇਰੀ ਅਜਮਾਇਸ਼ ਕਰ ਸਕਦੀ ਹੋ। ਤੁਹਾਡਾ ਖਿਆਲ ਗਲਤ ਹੈ ਡਾਕਟਰ ਜੀ। ਸਾਡੇ ਵਿੱਚੋਂ ਉਹ ਭੁਲੇਖੇ ਵਿੱਚ ਹੋਵੇਗਾ ਜਿਹੜਾ ਕਹੇ ਕਿ ਮੈਂ ਠੋਕ ਵਜਾ ਕੇ ਇੱਕ ਦੂਸਰੇ ਨੂੰ ਵੇਖ ਚੁੱਕਾ ਹਾਂ। ਸੱਚ ਕਹਿੰਦਾ ਹਾਂ, ਮੈਂ ਤੁਹਾਨੂੰ ਜਿੰਨਾ ਕੁ ਵੇਖਣਾ ਪਰਖਣਾ ਸੀ ਵੇਖ ਪਰਖ ਲਿਆ। ਹੁਣ ਤੁਹਾਡੀ ਵਾਰੀ ਹੈ, ਸੋ ਤੁਸੀਂ ਜਿਸ ਤਰੀਕੇ ਨਾਲ ਚਾਹੋ ਮੇਰਾ ਇਮਤਿਹਾਨ ਲੈ ਸਕਦੇ ਹੋ। ਮੈਂ ਤੁਹਾਡਾ ਇਮਤਿਹਾਨ ਲੈ ਚੁੱਕੀ ਹਾਂ ਡਾਕਟਰ ਜੀ। ਪੁੰਨਿਆ ਦੇ ਰਵੱਈਏ ਵਿੱਚ ਐਤਕੀ ਕੁਰੱਖਤ ਜਿਹਾ ਢੰਗ ਸੀ। ਤਾਂ ਦੱਸੋ, ਮੈਂ ਉਸ ਵਿੱਚ ਪਾਸ ਹਾਂ ਕਿ ਫੇਲ ਹੈ? ਜੀ ਹਾਂ। ਡਾਕਟਰ ਨੂੰ ਜਿਵੇਂ ਬੈਠੇ ਬਿਠਾਏ ਨੂੰ ਹੀ ਕਿਸੇ ਨੇ ਚੁੱਕ ਕੇ ਮਿੱਟੀ ਵਿੱਚ ਦੱਬ ਦਿੱਤਾ ਹੋਵੇ। ਪਿਆਰ ਦੀ ਨੈਂ ਵਿੱਚ ਵਹਿੰਦਾ ਹੋਇਆ ਉਸਦਾ ਹਿਰਦਾ ਜਿਵੇਂ ਕਿਸੇ ਨੇ ਫੜ ਕੇ ਕੰਡਿਆਲੇ ਝਾੜਾਂ ਵਾਲੇ ਕੰਢੇ ਉੱਤੇ ਵਗਾਹ ਮਾਰਿਆ ਹੋਵੇ। ਪੁੰਨਿਆ ਦੇ ਮੂੰਹੋਂ ਨਿਕਲਿਆ ਹੋਇਆ ਇੱਕੋ ਛੋਟਾ ਸ਼ਬਦ ਭੁਚਾਲ ਬਣ ਕੇ ਉਸਦੀਆਂ ਖ਼ੁਆਬਾਂ ਦੇ ਸੁਨਹਿਰੀ ਸੰਸਾਰ ਨੂੰ ਇੱਟ-ਇੱਟ ਕਰ ਗਿਆ। ਤਾਂ ਇਹ ਮੇਰੀ ਬਦਕਿਸਮਤੀ ਹੈ, ਉਸਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ। ਤੁਹਾਡੀ ਨਹੀਂ ਡਾਕਟਰ ਜੀ। ਪੁੰਨਿਆ ਦਾ ਗਲਾ ਅਥਰੂਆਂ ਨਾਲ ਭਰਦਾ ਜਾ ਰਿਹਾ ਸੀ। ਇਹ ਮੇਰੀ ਬਦਕਿਸਮਤੀ ਹੈ ਜਿਸ ਨਾਲ ਕਿਸਮਤ ਨੇ ਧਰੋ ਕਮਾਇਆ। ਮੈਂ ਸੁਭਾਅ ਤੋਂ ਹੀ ਆਸ਼ਾਵਾਦੀ ਹਾਂ। ਕਿਸੇ ਛੋਟੀ ਮੋਟੀ ਮਾਯੂਸੀ ਦਾ ਅਸਰ ਮੇਰੇ ਉੱਤੇ ਘੱਟ ਵੱਧ ਹੀ ਹੁੰਦਾ ਹੈ, ਪਰ ਸੱਚ ਜਾਣਨਾ, ਇਸ ਨਿਰਾਸ਼ਤਾ ਨੇ ਤਾਂ ਮੇਰਾ ਦਿਲ ਹੀ ਤੋੜ ਕੇ ਰੱਖ ਦਿੱਤਾ ਹੈ। ਕਿਹੜੀ ਨਿਰਾਸ਼ਤਾ ਨੇ ਪੁੰਨਿਆ ਜੀ? ਇਹੋ ਕਿ ਜਿਸ ਚੀਜ਼ ਨੂੰ ਮੈਂ ਹੀਰਿਆਂ ਦਾ ਤਾਜ ਸਮਝ ਕੇ ਸਿਰ ਤੇ ਰੱਖਣ ਦੀਆਂ ਖ਼ੁਆਬਾਂ ਲੈ ਰਹੀ ਸੀ, ਉਹ ਚੀਥੜਿਆਂ ਦੀ ਟੋਪੀ ਨਿਕਲੀ। ਸੁਣ ਕੇ ਡਾਕਟਰ ਦੀ ਘਬਰਾਹਟ ਉੜਕ ਤੀਕ ਪਹੁੰਚ ਗਈ। ਉਹ ਬੋਲਿਆ, ਪੁੰਨਿਆ, ਰੱਬ ਦੇ ਵਾਸਤੇ ਬੁਝਾਰਤਾਂ ਨਾ ਪਾਓ। ਤੁਸੀਂ ਇਕਰਾਰ ਕਰ ਚੁੱਕੀ ਹੋ ਕਿ ਦਿਲ ਦੀ ਕੋਈ ਗੱਲ ਨਹੀਂ ਲੁਕਾਓਗੇ, ਤੇ ਤੁਸੀਂ ਵੀ ਇਕਰਾਰ ਕਰ ਚੁੱਕੇ ਹੋ ਕਿ ਸਭ ਕੁਝ ਸੁਣ ਕੇ ਸਹਾਰ ਸਕੋਗੇ। ਪੁੰਨਿਆ ਨੇ ਸੰਜੀਦਗੀ ਵਿੱਚ ਜਵਾਬ ਦਿੱਤਾ, ਬੇਸ਼ੱਕ, ਮੈਂ ਇਸ ਲਈ ਤਿਆਰ ਹਾਂ। ਸੱਚਮੁੱਚ? ਹਾਂ, ਸੱਚਮੁੱਚ। ਨਾਰਾਜ਼ ਤਾਂ ਨਹੀਂ ਹੋਵੋਗੇ ਜੇ ਮੇਰੇ ਮੂੰਹੋਂ ਕੋਈ ਲਫ਼ਜ਼ ਤੁਹਾਡੀ ਸ਼ਾਨ ਤੋਂ ਵਿਰੁੱਧ ਨਿਕਲ ਜਾਵੇ? ਬਿਲਕੁਲ ਨਹੀਂ। ਮੈਂ ਪੁੱਛਦੀ ਹਾਂ ਕਿ ਤੁਸੀਂ ਸੱਚਮੁੱਚ ਮੈਨੂੰ ਇਹ ਸੁਭਾਗ ਦੇਣਾ ਚਾਹੁੰਦੇ ਹੋ? ਸਗੋਂ ਪੁੰਨਿਆ, ਮੈਂ ਸੁਭਾਗ ਲੈਣਾ ਚਾਹੁੰਦਾ ਹਾਂ ਤੁਹਾਡੇ ਪਾਸੋਂ। ਕੀ ਤੁਹਾਡੀ ਜ਼ਿੰਦਗੀ ਉੱਤੇ ਨਜ਼ਰ ਮਾਰਨ ਦਾ ਮੈਨੂੰ ਹੱਕ ਹੈ? ਪੂਰਾ। ਤਾਂ ਮੈਨੂੰ ਦੱਸੋ ਡਾਕਟਰ ਜੀ, ਤੁਹਾਡੇ ਪਾਸੇ ਇੰਨੀ ਦੌਲਤ ਕਿੱਥੋਂ ਆ ਗਈ? ਤੁਸੀਂ ਮੈਨੂੰ ਦੱਸ ਚੁੱਕੇ ਹੋ ਕਿ ਆਪਣੀ ਜਦੀ ਜਾਇਦਾਦ ਵਿੱਚੋਂ ਵੀ ਤੁਸੀਂ ਇੱਕ ਪੈਸਾ ਨਹੀਂ ਲਿਆ। ਠੰਡੇ ਤਲਾਬ ਵਿੱਚ ਨਹਾਉਂਦਿਆਂ ਜਿਵੇਂ ਕਿਸੇ ਨੇ ਪਿੰਡੇ ਤੇ ਤੱਤੀ ਭੁੱਬਲ ਦਾ ਕੜਛਾ ਆ ਪਾਇਆ ਹੋਵੇ। ਪੁੰਨਿਆ ਦੀ ਗੱਲ ਸੁਣ ਕੇ ਡਾਕਟਰ ਦਾ ਉਹੀ ਹਾਲ ਹੋਇਆ। ਉਸਦੇ ਚਿਹਰੇ ਉੱਤੇ ਗੁੱਸੇ ਦੀ ਲਾਲੀ ਭਖ ਉੱਠੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਉੱਤੇ ਲਾਈ ਹੋਈ ਇਸ ਗਹਿਰੀ ਚੋਟ ਦੇ ਜਵਾਬ ਵਿੱਚ ਕਹਿੰਦਾ, ਪੁੰਨਿਆ ਫਿਰ ਬੋਲ ਉੱਠੀ, ਘਬਰਾਓ ਨਾ ਡਾਕਟਰ ਜੀ, ਨਾ ਹੀ ਮੇਰੀ ਗੁਸਤਾਖੀ ਉੱਤੇ ਨਾਰਾਜ਼ ਹੋਵੋ। ਮੈਂ ਤੁਹਾਨੂੰ ਤੁਹਾਡਾ ਇਕਰਾਰ ਇੱਕ ਵਾਰੀ ਫਿਰ ਯਾਦ ਕਰਾਉਂਦੀ ਹਾਂ, ਜਿਹੜਾ ਅਸੀਂ ਆਪੋ ਵਿੱਚ ਕਰ ਚੁੱਕੇ ਹਾਂ। ਮੈਂ ਤੁਹਾਡਾ ਇੱਕ ਭੁਲੇਖਾ ਦੂਰ ਕਰਦਿਆਂ ਮਤ ਖਿਆਲ ਕਰਨਾ ਕਿ ਮੈਂ ਤੁਹਾਡੀ ਦੌਲਤ ਜਾਂ ਮੋਟਰ ਕਾਰ ਉੱਤੇ ਰਿੱਝੀ ਹੋਵਾਂਗੀ। ਇਹਨਾਂ ਚੀਜ਼ਾਂ ਨੂੰ ਮੈਂ ਬਥੇਰਾ ਮਾਣ ਚੁੱਕੀ ਹਾਂ। ਉਦੋਂ ਵੀ ਮੇਰੇ ਦਿਲ ਵਿੱਚ ਇਹਨਾਂ ਦੀ ਕੋਈ ਕਦਰ ਨਹੀਂ ਸੀ
ਜਦੋਂ ਧਨ ਦੌਲਤ ਨਾਲ ਮੇਰਾ ਅੰਦਰ-ਬਾਰ ਭਰਿਆ ਹੁੰਦਾ ਸੀ। ਮੈਂ ਜੇ ਰੀਝੀ ਸਾਂ ਤਾਂ ਤੁਹਾਡੀ ਰੂਹਾਨੀ ਦੌਲਤ ਉੱਤੇ, ਤੁਹਾਡੀ ਲੋਕ ਸੇਵਾ ਦੀ ਲਗਨ ਉੱਤੇ, ਤੁਹਾਡੇ ਦੇਸ਼ਦਰਦੀ ਦਿਲ ਉੱਤੇ। ਖਿਮਾ ਕਰਨਾ, ਸ਼ਾਇਦ ਖਿਆਲ ਕਰਦੇ ਹੋਵੋਗੇ ਕਿ ਤੁਹਾਡੇ ਸਾਹਮਣੇ ਇੱਕ ਨਾਚੀਜ਼ ਜਿਹੀ ਰਫਿਊਜੀ ਕੁੜੀ ਮੌਜੂਦ ਹੈ। ਮੰਨਿਆ ਕਿ ਦੁਨੀਆ ਦੀਆਂ ਨਜ਼ਰਾਂ ਵਿੱਚ ਮੈਂ ਇਹੋ ਕੁਝ ਹਾਂ, ਤੁਹਾਡੇ ਨੌਕਰਾਂ ਦੀ ਵੀ ਬਰਾਬਰੀ ਨਹੀਂ ਕਰ ਸਕਦੀ, ਪਰ ਜਿੱਥੇ ਜੀਵਨ ਸਾਥੀ ਚੁਣਨ ਦਾ ਸਵਾਲ ਪੈਦਾ ਹੋਵੇਗਾ ਉੱਥੇ ਇਹ ਨਾਚੀਜ਼ ਕੁੜੀ ਉਸੇ ਨੂੰ ਕਬੂਲ ਕਰੇਗੀ ਜਿਹੜਾ ਇਸ ਦੀ ਕਸੌਟੀ ਉੱਤੇ ਪੂਰਾ ਉਤਰੇਗਾ। ਮੇਰੀ ਚੋਣ ਦਾ ਦਾਇਰਾ ਜੇ ਅਮੀਰੀ ਤੱਕ ਹੀ ਸੀਮਤ ਹੁੰਦਾ ਤਾਂ ਮੈਂ ਅੱਜ ਤੋਂ 5 ਵਰ੍ਹੇ ਪਹਿਲਾਂ ਹੀ ਕਿਸੇ ਅਮੀਰ ਨਾਲ ਲਾਵਾਂ ਫੇਰੀ ਲੈ ਚੁੱਕੀ ਹੁੰਦੀ। ਮੈਂ ਜੇ 4 ਵਰ੍ਹੇ ਆਪਣੇ ਮਾਪਿਆਂ ਨਾਲ ਆਡਾ ਲਾਈ ਰੱਖਿਆ ਸੀ ਤਾਂ ਇਸ ਦੀ ਆਖਰ ਕੋਈ ਤਾਂ ਵਜ੍ਹਾ ਸੀ। ਭਾਵੇਂ ਅੱਜ ਮੈਂ ਗਲੀਆਂ ਦੇ ਕੱਖਾਂ ਨਾਲ ਵੀ ਤੁਲਨ ਜੋਗੀ ਨਹੀਂ ਹਾਂ, ਪਰ ਇਸ ਦਾ ਮਤਲਬ ਇਹ ਨਾ ਸਮਝਣਾ ਕਿ ਮੈਂ ਆਪਣੀ ਕੀਮਤ ਇੱਕ ਕੌਡੀ ਵੀ ਘੱਟ ਸਮਝਦੀ ਹੋਵਾਂ। ਮੈਂ ਜਾਣਦੀ ਹਾਂ ਕਿ ਅਸੂਲ ਪ੍ਰਸਤੀ ਲਈ ਤੁਸੀਂ ਬੜੇ ਕਸ਼ਟ ਝਾਗੇ ਨੇ, ਤੁਸਾਂ ਜੇਲਾਂ ਕੱਟੀਆਂ, ਤੁਸਾਂ ਵਰਿਆਂ ਬੱਧੀ ਭੁੰਜੇ ਸੌਂਦੇ ਤੇ ਨੰਗੇ ਪੈਰੀ ਤੁਰਦੇ ਰਹੇ, ਜਿਸ ਦਾ ਤੁਸੀਂ ਮੇਰੇ ਅੱਗੇ ਜ਼ਿਕਰ ਕਰ ਚੁੱਕੇ ਹੋ। ਤੁਸਾਂ ਇਹ ਜ਼ਿਕਰ ਵੀ ਬਾਰ-ਬਾਰ ਮੇਰੇ ਪਾਸ ਦੁਹਰਾਇਆ ਕਿ ਤੁਸੀਂ ਆਦਰਸ਼ ਪਤਨੀ ਦੀ ਜੁਸਤਜੂ ਵਿੱਚ ਹੀ ਅੱਜ ਤੱਕ ਕੁਆਰੇ ਰਹੇ ਹੋ ਤੇ ਇਸੇ ਜਿੱਦ ਵਿੱਚ ਤੁਸਾਂ ਮਾਪਿਆਂ ਤੱਕ ਨੂੰ ਤਿਆਗ ਦਿੱਤਾ। ਪਰ ਮੈਂ, ਜਿਸਨੇ ਅੱਜ ਤੱਕ ਕਦੀ ਕੋਈ ਢੀਂਗ ਤੁਹਾਡੇ ਪਾਸ ਨਹੀਂ ਮਾਰੀ, ਅੱਜ ਇੱਕ ਢੀਂਗ ਮਾਰਦੀ ਹਾਂ। ਉਸ ਨੂੰ ਕੰਨ ਖੋਲ ਕੇ ਸੁਣ ਲਓ। ਇਹੋ ਢੀਂਗ ਮੇਰੀ ਕਸੌਟੀ ਹੈ। ਤੁਸੀਂ ਜੇ ਇਸ ਉੱਤੇ ਪੂਰੇ ਉਤਰੋਗੇ ਤਾਂ ਮੈਂ ਤੁਹਾਡੇ ਚਰਨਾਂ ਵਿੱਚ ਆਪਣੀ ਇਸਤਰੀਅਤ ਨੂੰ ਤੇ ਆਪਣੀ ਵਫਾ ਨੂੰ ਹਮੇਸ਼ਾ ਲਈ ਅਰਪਣ ਕਰ ਦਿਆਂਗੀ। ਪਰ ਜੇ ਮੈਂ ਇਸ ਵਿੱਚ ਰਤੀ ਮਾਸੇ ਦਾ ਵੀ ਖੋਟ ਵੇਖਿਆ ਤਾਂ ਮੈਂ ਸਮਝਾਂਗੀ ਕਿ ਤੁਸੀਂ ਮੇਰੇ ਕਾਬਿਲ ਨਹੀਂ ਹੋ। ਕੋਈ ਕੁੜੀ ਬੋਲ ਰਹੀ ਸੀ ਕਿ ਕੋਈ ਬਿਜਲੀ ਕੜਕ ਰਹੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਆਨੰਦ ਪੁੰਨਿਆ ਦੀ ਹਰ ਅਦਾ ਉੱਤੇ ਤੇ ਹਰ ਇੱਕ ਹਰਕਤ ਉੱਤੇ ਸਦਕੇ ਸੀ, ਉਸ ਦੀ ਸੂਰਤ ਉੱਤੇ ਵੀ, ਸੀਰਤ ਉੱਤੇ ਵੀ। ਪਰ ਇਸ 20 ਵਰ੍ਹਿਆਂ ਦੀ ਕੁੜੀ ਵਿੱਚ ਸਵੈ ਮਾਨ ਤੇ ਇਸਤਰੀਅਤ ਦਾ ਐਡਾ ਗਰੂਰ ਹੋਵੇਗਾ, ਇਸ ਗੱਲ ਨੂੰ ਉਹਨੇ ਕਦੀ ਸੋਚਿਆ ਹੀ ਨਹੀਂ ਸੀ। ਸ਼ਾਇਦ ਇਹੋ ਸਬਬ ਸੀ ਕਿ ਡਾਕਟਰ ਨੇ ਪੁੰਨਿਆ ਨੂੰ ਜਿਸ ਰੂਪ ਵਿੱਚ ਅੱਜ ਵੇਖਿਆ, ਇਹ ਪਹਿਲਾਂ ਨਾਲੋਂ ਕੀਮਤੀ ਸੀ। ਪਰ ਜਿੱਥੇ ਪੁੰਨਿਆ ਦੀ ਕੀਮਤ ਡਾਕਟਰ ਦੀਆਂ ਨਜ਼ਰਾਂ ਵਿੱਚ ਇੰਨੀ ਵੱਧ ਗਈ ਸੀ, ਉੱਥੇ ਉਸ ਦੀ ਆਪਣੀ ਕੀਮਤ। ਇਸ ਗੱਲ ਨੂੰ ਇਸ ਵੇਲੇ ਉਹ ਪੂਰੀ ਤਰ੍ਹਾਂ ਸੋਚ ਨਹੀਂ ਸੀ ਸਕਦਾ, ਸ਼ਾਇਦ ਇਸ ਕਰਕੇ ਕਿ ਉਸ ਦੇ ਸਿਰ ਨੂੰ ਚੱਕਰ ਆ ਰਹੇ ਸਨ। ਕੁਝ ਬੋਲਣ ਲਈ ਉਸਨੇ ਇੱਕ ਵਾਰੀ ਸਿਰ ਚੁੱਕਿਆ, ਪਰ ਦੂਜੇ ਹੀ ਪਲ ਮੁੜ ਉਸ ਦੀਆਂ ਅੱਖਾਂ ਝੁਕ ਗਈਆਂ। ਝਾਂਬਿਆ ਤਲਾਅ ਦੀ ਟਿਕੀ ਹੋਈ ਸੱਤਾ ਉੱਤੇ ਜਦ ਕੋਈ ਭਾਰੀ ਚੀਜ਼ ਆ ਡਿੱਗਦੀ ਹੈ ਤਾਂ ਉਸ ਵਿੱਚੋਂ ਲਹਿਰਾਂ ਉੱਠਦੀਆਂ ਨੇ, ਜਿਹੜੀਆਂ ਫੈਲਦੀਆਂ ਅਖੀਰ ਕੰਡੇ ਨਾਲ ਜਾ ਟਕਰਾਉਂਦੀਆਂ ਨੇ। ਡਾਕਟਰ ਆਨੰਦ ਦੀ ਜੀਵਨ ਸੱਤਾ ਲਈ ਪੁੰਨਿਆ ਦੀਆਂ ਅੱਜ ਦੀਆਂ ਗੱਲਾਂ ਨੇ ਕੁਝ ਉਹੋ ਜਿਹਾ ਹੀ ਅਸਰ ਕੀਤਾ। ਇਹਨਾਂ ਵੱਧਦੀਆਂ ਲਹਿਰਾਂ ਨੇ ਜਦ ਉਸਦੇ ਜੀਵਨ ਕੰਡਿਆਂ ਵੱਲ ਰੁਖ ਕੀਤਾ ਤਾਂ ਉਸਨੂੰ ਆਪਣੀ ਜੀਵਨੀ ਇੱਕ ਪ੍ਰਤੱਖ ਤਸਵੀਰ ਬਣ ਕੇ ਅੱਖਾਂ ਸਾਹਮਣੇ ਦਿਖਾਈ ਦੇਣ ਲੱਗੀ। ਉਹੀ ਤਸਵੀਰ ਜਿਸ ਨੂੰ ਉਹ ਸਰਬ ਕਲਾ ਭਰਪੂਰ ਖਿਆਲ ਕਰਦਾ ਸੀ। ਅੱਜ ਜਦ ਇਸ ਤਸਵੀਰ ਦੇ ਚਿਹਰੇ ਉੱਤੇ ਉਸਨੇ ਅਨੇਕਾਂ ਕੋਝੇ ਦਾਗ ਵੇਖੇ ਤਾਂ ਉਹ ਸਾਰੇ ਦਾ ਸਾਰਾ ਜਿਵੇਂ ਮਿੱਟੀ ਦਾ ਤੋਂਦਾ ਬਣ ਕੇ ਰਹਿ ਗਿਆ। ਪੁੰਨਿਆ ਆਪਣਾ ਬਿਆਨ ਖਤਮ ਕਰ ਚੁੱਕੀ ਸੀ ਤੇ ਜਵਾਬ ਦੀ ਉਡੀਕ ਵਿੱਚ ਉਸਦੀਆਂ ਅੱਖਾਂ ਡਾਕਟਰ ਉੱਤੇ ਗੱਡੀਆਂ ਹੋਈਆਂ ਸਨ। ਉਸਨੇ ਮੋਢਾ ਹਲੂਣਿਆ। ਡਾਕਟਰ ਜੀ, ਇਹ ਦਾਸੀ ਕੁੰਗੂ ਦੀ ਕਟੋਰੀ ਲਈ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ ਤੇ ਤੁਹਾਡੇ ਜਵਾਬ ਦੀ ਉਡੀਕ ਵਿੱਚ ਹੈ। ਦੱਸੋ, ਪਲਟ ਦਿਆਂ? ਡਾਕਟਰ ਫਿਰ ਵੀ ਟਸ ਤੋਂ ਮਸ ਨਹੀਂ ਹੋਇਆ। ਪੁੰਨਿਆ ਨੇ ਫਿਰ ਬੋਲਣਾ ਸ਼ੁਰੂ ਕੀਤਾ ਤੇ ਐਤਕਾਂ ਉਸਨੇ ਉਹ ਸਾਰਾ ਕੁਝ ਬਿਆਨ ਕਰ ਦਿੱਤਾ ਜਿਹੜਾ ਪਿਛਲੇ ਦਿਨੀ ਉਸ ਨਾਲ ਵਾਪਰਿਆ ਸੀ। ਨਵਲ ਕਿਸ਼ੋਰ ਦਾ ਹਾਲ, ਸ਼ੁਕਲ ਜੀ ਦੀਆਂ ਕਾਰਿਸਤਾਨੀਆਂ ਦਾ ਹਾਲ ਤੇ ਸ਼ੇਕੜ ਉਸ ਮੀਟਿੰਗ ਦੀ ਪੂਰੀ ਕਾਰਵਾਈ। ਕੇਵਲ ਇੱਕ ਗੱਲ ਉਸਨੇ ਡਾਕਟਰ ਪਾਸੋਂ ਲੁਕਾਈ ਰੱਖੀ, ਸ਼ੁਕਲ ਜੀ ਦੇ ਆਉਣ ਬਾਰੇ। ਸੁਣਦਿਆਂ ਡਾਕਟਰ ਦੇ ਪਿੰਡੇ ਦਾ ਮਾਸ ਸੌਂ ਗਿਆ। ਹੁਣ ਉਸ ਦੀਆਂ ਅੱਖਾਂ ਵਿੱਚ ਪ੍ਰੇਮ ਲਾਲਸਾ ਦੀ ਥਾਂ ਦੋਸ਼ੀ ਵਾਲੀ ਖਿਮਾ ਜਾਚਨਾ ਵਿਲਕ ਰਹੀ ਸੀ, ਪਰ ਉਸ ਦੋਸ਼ੀ ਵਰਗੀ ਜਿਸ ਨੂੰ ਆਪਣੀ ਅਪੀਲ ਮਨਜ਼ੂਰ ਹੋਣ ਦੀ ਕੋਈ ਆਸ਼ਾ ਬਾਕੀ ਨਾ ਰਹਿ ਗਈ ਹੋਵੇ। ਇਹ ਲੰਮੀ ਚੁੱਪ ਪ੍ਰਤੱਖ ਉਸਦੇ ਜੁਰਮ ਦਾ ਇਕਰਾਰ ਸੀ। ਜੁਰਮ ਦਾ ਇਕਬਾਲ ਸੀ। ਹਾਂ ਦੱਸੋ, ਪੁੰਨਿਆ ਨੇ ਆਪਣੇ ਪਿਛਲੇ ਸਵਾਲ ਨੂੰ ਦੁਹਰਾਇਆ। ਤੁਸਾਂ ਦੱਸਿਆ ਨਹੀਂ ਕਿ ਲੱਖਾਂ ਰੁਪਇਆਂ ਦੀ ਪੂੰਜੀ ਤੁਹਾਡੇ ਕੋਲ ਕਿੱਥੋਂ ਆ ਗਈ, ਜਦਕਿ ਤੁਸਾਂ ਕਿਸੇ ਮੁਸਲਿਮ ਰਫਿਊਜੀ ਦੀ ਜਾਇਦਾਦ ਵੀ ਨਹੀਂ ਲੁੱਟੀ, ਕਿਸੇ ਸਰਕਾਰੀ ਠੇਕੇ ਚੋਂ ਨਜਾਇਜ਼ ਰੁਪਈਆ ਵੀ ਨਹੀਂ ਕਮਾਇਆ। ਫਿਰ ਇਹ ਦੌਲਤ ਕਿੱਥੋਂ ਆਈ ਕਿ 16,000 ਦੀ ਮੋਟਰ ਕਾਰ ਰੱਖਣ ਦੀ ਸਮਰੱਥਾ ਵੀ ਤੁਸਾਂ ਵਿੱਚ ਪੈਦਾ ਹੋ ਗਈ? ਕਿ ਕਿਰਪਾ ਕਰਕੇ ਇਸ ਬਾਬਤ ਕੁਝ ਦੱਸੋਗੇ? ਸਭ ਕੁਝ ਦੱਸਾਂਗਾ। ਡਾਕਟਰ ਨੇ ਐਤਕੀ ਆਪਣੇ ਅੰਦਰ ਬੋਲਣ ਦੀ ਕਾਫੀ ਹਿੰਮਤ ਪੈਦਾ ਕਰ ਲਈ ਸੀ, ਪਰ ਇਸ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਕਬਾਲ ਕਰ ਲੈਣਾ ਚਾਹੀਦਾ ਹੈ ਕਿ ਤੁਹਾਡੀ ਕਸੌਟੀ ਉੱਤੇ ਮੈਂ ਟਿਕ ਨਹੀਂ ਸਕਿਆ। ਮੇਰੇ ਮੁਕਰਨ ਲਈ ਹੁਣ ਜਦ ਕਿ ਤੁਸਾਂ ਕੋਈ ਰਸਤਾ ਬਾਕੀ ਨਹੀਂ ਰਹਿਣ ਦਿੱਤਾ ਤਾਂ ਮੈਂ ਇਸ ਗੱਲ ਨੂੰ ਹੋਰ ਵੀ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਜਿਸ ਡਾਕਟਰ ਆਨੰਦ ਨੂੰ ਤੁਸੀਂ ਜਾਂ ਹੋਰ ਲੋਕ ਦੇਵਤਾ ਸਮਝ ਕੇ ਪੂਜਦੇ ਨੇ, ਅਸਲ ਵਿੱਚ ਉਹ ਪੱਕਾ ਦੰਭੀ ਤੇ ਧੋਖੇਬਾਜ਼ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਵਕਤ ਸੀ ਜਦੋਂ ਮੈਂ ਇਮਾਨਦਾਰ ਵੀ ਸਾਂ, ਦੇਸ਼ ਭਗਤ ਵੀ ਤੇ ਸੇਵਾਦਾਰ ਵੀ, ਪਰ ਅੱਜ ਮੇਰੇ ਅੰਦਰ ਉਹਨਾਂ ਸਿਫਤਾਂ ਵਿੱਚੋਂ ਕੋਈ ਵੀ ਬਾਕੀ ਨਹੀਂ।
ਪੁੰਨਿਆ, ਜਿਹੜੀ ਇਸ ਵੇਲੇ ਡਾਕਟਰ ਦੀ ਹਾਲਤ ਨੂੰ ਵੇਖ ਕੇ ਤਰਸ ਦੇ ਜਜ਼ਬੇ ਵਿੱਚ ਲਬਰੇਜ਼ ਸੀ, ਬੋਲੀ, ਪਰ ਇਸ ਦਾ ਸਬੱਬ ਡਾਕਟਰ ਜੀ? ਸਬੱਬ ਤੁਹਾਨੂੰ ਕੀ ਦੱਸਾਂ ਪੁੰਨਿਆ ਜੀ? ਡਾਕਟਰ ਨਿਮੋ ਝੂਣਾ ਹੋ ਕੇ ਬੋਲਿਆ। ਸਬੱਬ ਦੀ ਮੈਨੂੰ ਆਪ ਸਮਝ ਨਹੀਂ ਆਉਂਦੀ। ਕਈ ਵਾਰੀ ਜਦੋਂ ਆਪਣੀ ਪਿਛਲੀ ਤੇ ਹੁਣ ਦੀ ਜ਼ਿੰਦਗੀ ਉੱਤੇ ਝਾਤ ਮਾਰਦਾ ਹਾਂ ਤਾਂ ਗੈਰਤ ਵਿੱਚ ਗਰਕ ਹੋ ਜਾਂਦਾ ਹਾਂ। ਇੱਕ ਵਕਤ ਸੀ ਜਦ ਮੈਂ ਆਪਣੀ ਜ਼ਿੰਦਗੀ ਦੇ ਮਨੋਰਥਾਂ ਅੱਗੇ ਪੈਸੇ ਦੀ ਕੋਈ ਕੀਮਤ ਨਹੀਂ ਸਾਂ ਸਮਝਦਾ। ਅੱਜ ਵੀ ਜਦ ਕਦੀ ਮੈਨੂੰ ਉਹਨਾਂ ਦਿਨਾਂ ਦੀ ਯਾਦ ਆਉਂਦੀ ਹੈ ਜਦੋਂ ਪੇਟੋਂ ਭੁੱਖਾ ਤੇ ਪੈਰੋਂ ਨੰਗਾ ਸਾਰਾ ਦਿਨ ਕੰਮ ਕਰਦਾ ਸਾਂ, ਤਾਂ ਦਿਲ ਕਰਦਾ ਹੈ ਕਦੀ ਇੱਕ ਵਾਰੀ ਫਿਰ ਉਹ ਸਮਾਂ ਮੇਰੇ ਹੱਥ ਆ ਜਾਵੇ। ਕਿਤਨਾ ਸੰਤੋਖ ਸੀ ਮੇਰੇ ਅੰਦਰ, ਕਿੰਨੀ ਸ਼ਾਂਤੀ ਸੀ, ਕਿੰਨਾ ਸਬਰ ਤੇ ਜੀਵਨ ਦਾ ਉਤਸ਼ਾਹ। ਪਰ ਅੱਜ ਮੈਂ ਕਿੱਥੇ ਆ ਪਹੁੰਚਿਆ ਹਾਂ, ਜਿੱਥੇ ਛੁੱਟ ਪੈਸੇ ਦੀ ਹਿਰਸ ਤੋਂ ਹੋਰ ਕੁਝ ਹੈ ਹੀ ਨਹੀਂ। ਨਾ ਮੇਰੇ ਅੰਦਰ ਉਹ ਸ਼ਾਂਤੀ ਰਹੀ, ਨਾ ਉਤਸ਼ਾਹ ਤੇ ਨਾ ਹੀ ਟਿਕਾਊ। ਬਸ ਹਰ ਵੇਲੇ ਅੰਦਰ ਬਾਹਰ ਇੱਕ ਅੱਗ ਜਿਹੀ ਲੱਗੀ ਰਹਿੰਦੀ ਹੈ। ਪੁੰਨਿਆ ਨੇ ਫਿਰ ਉਹੀ ਸਵਾਲ ਦੁਹਰਾਇਆ, ਪਰ ਇਸ ਦਾ ਸਬੱਬ ਡਾਕਟਰ ਜੀ? ਇਸੇ ਗੱਲ ਦੀ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕੀ ਜਵਾਬ ਦਿਆਂ ਇਸ ਦਾ। ਪਰ ਘੱਟੋ ਘੱਟ ਇਤਨਾ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹ ਤਬਦੀਲੀ ਕਦੋਂ ਤੁਹਾਡੀ ਜ਼ਿੰਦਗੀ ਵਿੱਚ ਸ਼ੁਰੂ ਹੋਈ? ਹਾਂ, ਇਹ ਦੱਸ ਸਕਦਾ ਹਾਂ, ਜਿੱਥੋਂ ਤੱਕ ਮੇਰੀ ਯਾਦਦਾਸ਼ਤ ਕੰਮ ਕਰਦੀ ਹੈ। ਇਸ ਤਬਦੀਲੀ ਦਾ ਮੁੱਢ ਉਦੋਂ ਤੋਂ ਬੱਝਾ ਜਦੋਂ ਮੈਨੂੰ ਕਸਟੋਡੀਅਨ ਦਾ ਮਹਿਕਮਾ ਸੌਂਪਿਆ ਗਿਆ। ਇਸ ਮਹਿਕਮੇ ਵਿੱਚ ਦਾਖਲ ਹੁੰਦਿਆਂ ਹੀ ਮੈਂ ਇੱਕ ਅਜਬ ਤਰ੍ਹਾਂ ਦੀ ਹਨੇਰਗਰਦੀ ਵੇਖੀ। ਨਿਕਾਸੀਆਂ ਦੀ ਲੱਖਾਂ ਕਰੋੜਾਂ ਦੀ ਪੂੰਜੀ ਨੂੰ ਲੋਕ ਦੋਹੀਂ ਹੱਥੀਂ ਮੇਰੇ ਵੇਖਦਿਆਂ ਲੁੱਟੀ ਜਾ ਰਹੇ ਸਨ। ਇਸ ਨੂੰ ਵੇਖ ਕੇ ਮੇਰੇ ਅੰਦਰ ਭਾਂਬੜ ਮਚਦੇ ਸਨ। ਮੇਰਾ ਦਿਲ ਕਰਦਾ ਸੀ ਕਿ ਇਹੋ ਜਿਹੇ ਲੁਟੇਰਿਆਂ ਨੂੰ ਮੌਤ ਤੇ ਘਾਟ ਉਤਾਰ ਦਿਆਂ। ਭਾਵੇਂ ਉਦੋਂ ਹਰ ਪਾਸੇ ਹੀ ਲੁੱਟ ਦਾ ਦੌਰਾ ਸੀ, ਪਰ ਸਭ ਤੋਂ ਜ਼ਿਆਦਾ ਗੁੱਸਾ ਮੈਨੂੰ ਮਹਿਕਮਾ ਕਸਟੋਡੀਅਨ ਦੇ ਸਟਾਫ ਉੱਤੇ ਆਉਂਦਾ, ਜਿਹੜੇ ਰਿਸ਼ਵਤਾਂ ਲੈ ਕੇ ਸਥਾਨਕ ਆਦਮੀਆਂ ਦੇ ਨਾਂ ਅਲਾਟਮੈਂਟਾਂ ਕਰੀ ਜਾ ਰਹੇ ਸਨ। ਇਸੇ ਹਨੇਰਗਰਦੀ ਨੂੰ ਦੂਰ ਕਰਨ ਖਾਤਰ ਮੈਂ ਇਸ ਮਹਿਕਮੇ ਵਿੱਚ ਸ਼ਾਮਿਲ ਹੋਇਆ ਸਾਂ। ਮੇਰਾ ਖਿਆਲ ਸੀ ਕਿ ਦਿਨਾਂ ਵਿੱਚ ਹੀ ਮੈਂ ਇਸ ਵਿਗੜੀ ਹੋਈ ਤਾਣੀ ਨੂੰ ਸੁਲਝਾ ਲਵਾਂਗਾ। ਸ਼ੁਰੂ ਵਿੱਚ ਜਦ ਮੈਂ ਚਾਰਜ ਲਿਆ ਤਾਂ ਕੁਝ ਚਿਰ ਦਿਆਨਤਦਾਰੀ ਨਾਲ ਇਸ ਕੰਮ ਨੂੰ ਨਿਭਾਇਆ। ਜੇ ਮੈਂ ਚਾਹੁੰਦਾ ਤਾਂ ਇੱਕ ਸਾਮੀ ਪਾਸੋਂ 5-5, 10-10 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਲੱਖਾਂ ਰੁਪਏ ਇਕੱਠੇ ਕਰ ਲੈਂਦਾ, ਕਿਉਂਕਿ ਵੱਡੇ ਸੇਠ ਤੇ ਸਰਦਾਰ ਨੋਟਾਂ ਦੇ ਥੱਬੇ ਚੁੱਕੀ ਮੇਰੇ ਬੂਹੇ ਤੇ ਸਜਦੇ ਕਰਦੇ ਫਿਰਦੇ ਸਨ। ਪਰ ਮੈਂ ਕਿਸੇ ਵੱਲ ਅੱਖ ਉਠਾ ਕੇ ਨਹੀਂ ਸਕਦਾ। ਤੇ ਫਿਰ? ਪੁੰਨਿਆ ਨੇ ਪੁੱਛਿਆ। ਤੁਹਾਡੇ ਅੰਦਰ ਇਹ ਕਮਜ਼ੋਰੀ ਕਿਵੇਂ ਆ ਗਈ? ਇਹੋ ਦੱਸਣ ਲੱਗਾ ਹਾਂ, ਡਾਕਟਰ ਬੋਲਿਆ। ਇੱਕ ਦਿਨ ਦਾ ਜ਼ਿਕਰ ਹੈ। ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ਹਿਰ ਦੇ ਕੁਝ ਆਦਮੀਆਂ ਨੇ ਅੱਜ ਰਾਤੀ ਇੱਕ ਮਿਲੋਨਰ ਦੇ ਨਿਵਾਸੀ ਮਕਾਨ ਤੇ ਗੋਦਾਮ ਨੂੰ ਲੁੱਟਣਾ ਹੈ, ਜਿਸ ਵਿੱਚ ਸਥਾਨਕ ਪੁਲਿਸ ਦਾ ਵੀ ਹੱਥ ਹੈ। ਮੈਂ ਉਸੇ ਰਾਤ ਪੁਲਿਸ ਦੀ ਮਦਦ ਲੈ ਕੇ ਉਸ ਮਕਾਨ ਵੱਲ ਰੁਖ ਕੀਤਾ। ਉਹਨਾਂ ਦਿਨਾਂ ਵਿੱਚ ਪੁਲਿਸ ਦਾ ਇੰਤਜ਼ਾਮ ਪੂਰਾ ਨਹੀਂ ਸੀ। ਮੁਸਲਮਾਨ ਪੁਲਸੀਏ ਸਭ ਪਾਕਿਸਤਾਨ ਚਲੇ ਗਏ ਸਨ ਤੇ ਹਿੰਦੂ ਸਿੱਖ ਹੈ ਹੀ ਬਹੁਤ ਥੋੜੇ ਸਨ, ਜਿਸ ਕਰਕੇ ਡੀਸੀ ਨੇ ਇਹੋ ਜਿਹੇ ਕੇਸ ਫੜਨ ਲਈ ਆਰਜੀ ਤੌਰ ਤੇ ਮੈਨੂੰ ਸਪੈਸ਼ਲ ਅਖਤਿਆਰ ਦੇ ਰੱਖੇ ਸਨ। ਅਸੀਂ ਸਾਰੇ ਮਕਾਨ ਦੇ ਆਸੇ-ਪਾਸੇ ਲੁਕ ਰਹੇ। ਰਾਤ ਦੇ ਕੋਈ 1 ਵਜੇ 5 ਟਰੱਕ ਆਏ ਤੇ ਉਹ ਮਕਾਨ ਦੇ ਸਦਰ ਦਰਵਾਜ਼ੇ ਅੰਦਰ ਲੰਘ ਗਏ। ਮਕਾਨ ਦੇ ਉਤਲੇ ਹਿੱਸੇ ਵਿੱਚ ਕਦੀ ਮਾਲਕ ਮਕਾਨ ਦੀ ਰਿਹਾਇਸ਼ ਹੁੰਦੀ ਸੀ ਤੇ ਹੇਠਲੇ ਹਿੱਸੇ ਵਿੱਚ ਉਸਨੇ ਗੋਦਾਮ ਬਣਾਇਆ ਹੋਇਆ ਸੀ, ਜਿਸ ਵਿੱਚ ਬਜਾਜੀ ਦੀਆਂ ਗੰਢਾਂ ਛੱਤਾਂ ਤੀਕ ਭਰੀਆਂ ਪਈਆਂ ਸਨ। ਸਾਡੇ ਵੇਖਦਿਆਂ ਟਰੱਕ ਲੱਦੇ ਜਾਣ ਲੱਗੇ। 3 ਟਰੱਕ ਤਾਂ ਗੰਢਾਂ ਨਾਲ ਭਰੇ ਗਏ ਤੇ 2 ਵਿੱਚ ਘਰ ਦਾ ਸਮਾਨ ਲੱਦਿਆ ਗਿਆ। ਤੇ ਜਿਉਂ ਹੀ ਉਹ 5 ਟਰੱਕ ਤੁਰਨ ਲੱਗੇ ਕਿ ਮੇਰੀ ਪਾਰਟੀ ਨੇ ਜਾ ਛਾਪਾ ਮਾਰਿਆ। 5-6 ਮੁਲਜ਼ਮ ਮੌਕੇ ਤੇ ਫੜ ਲਏ, ਜਿਨ੍ਹਾਂ ਵਿੱਚ ਇੱਕ ਪੁਲਿਸ ਦਾ ਇੰਸਪੈਕਟਰ ਤੇ ਇੱਕ ਕਾਂਸਟੇਬਲ ਸੀ। ਅਸਲ ਵਿੱਚ ਕਿਸੇ ਚਲਾਕ ਪੁਲਸੀ ਜਾਂ ਖੁਰਾਂਟ ਵਪਾਰੀ ਨਾਲ ਉਸ ਤੋਂ ਪਹਿਲਾਂ ਮੇਰਾ ਵਾਹ ਹੀ ਨਹੀਂ ਸੀ ਪਿਆ, ਤੇ ਮਗਰੋਂ ਇਹ ਜਾਣ ਕੇ ਮੈਂ ਵੀ ਹੈਰਾਨ ਹੋਇਆ ਕਿ ਉਸ ਚੋਰੀ ਵਿੱਚ ਇੱਕ MLA ਵੀ ਸ਼ਾਮਿਲ ਸੀ। ਇੰਸਪੈਕਟਰ ਤੇ ਉਸ MLA ਨੇ ਮੈਨੂੰ ਵੱਖਰਿਆਂ ਲਿਜਾ ਕੇ ਮੇਰੇ ਉੱਤੇ ਕਈ ਤਰ੍ਹਾਂ ਦੇ ਡੋਰੇ ਸੁੱਟਣੇ ਸ਼ੁਰੂ ਕੀਤੇ, ਤੇ ਜਦ ਮੈਂ ਕਿਸੇ ਤਰ੍ਹਾਂ ਵੀ ਉਹਨਾਂ ਦੇ ਕਾਬੂ ਨਾ ਆਇਆ ਤਾਂ ਉਹ MLA ਸੱਜਣ ਮੈਨੂੰ ਸਮਝਾਉਣ ਲੱਗਾ ਕਿ ਡਾਕਟਰ ਸਾਹਿਬ, ਤੁਸੀਂ ਭੁਲੇਖੇ ਵਿੱਚ ਹੋ ਜੇ ਖਿਆਲ ਕਰਦੇ ਹੋ ਕਿ ਇਸ ਕੇਸ ਨੂੰ ਅਦਾਲਤ ਵਿੱਚ ਲਿਜਾ ਕੇ ਤੁਸੀਂ ਸਾਨੂੰ ਮੁਜਰਮ ਸਾਬਿਤ ਕਰ ਸਕੋਗੇ। ਅਦਾਲਤ ਨੇ ਤਾਂ ਗਵਾਹੀਆਂ ਉੱਤੇ ਫੈਸਲਾ ਦੇਣਾ ਹੈ ਤੇ ਗਵਾਹ ਭਾਵੇਂ ਤੁਸੀਂ ਜ਼ਮੀਨ ਛੱਡ ਕੇ ਅਸਮਾਨ ਤੋਂ ਲੈ ਆਓ, ਉਹਨਾਂ ਨੂੰ ਵਰਗਲਾਣਾ ਸਾਡੇ ਖੱਬੇ ਹੱਥ ਦਾ ਕਰਤੱਵ ਹੈ। ਫਿਰ ਇਸ ਦਾ ਨਤੀਜਾ ਕੀ ਹੋਵੇਗਾ? ਅਸੀਂ ਤਾਂ ਕਾਨੂੰਨ ਤੇ ਅਦਾਲਤ ਦੀ ਅੱਖੀ ਘੱਟਾ ਪਾ ਕੇ ਬਰੀ ਹੋ ਜਾਵਾਂਗੇ, ਪਰ ਤੁਸੀਂ ਟੋਭੇ ਵਿੱਚ ਰਹਿੰਦਿਆਂ ਹੋਇਆਂ ਮਗਰਮੱਛਾਂ ਨਾਲ ਵੈਰ ਸਹੇੜ ਕੇ ਸੁੱਖ ਦੀ ਨੀਂਦ ਸੌ ਸਕੋਗੇ। ਭਲਾ ਜੇ ਤੁਸੀਂ ਇੱਕ ਲੀਡਰ ਦੇ ਤੌਰ ਤੇ ਇਸ ਮਾਮਲੇ ਦੀ ਆਵਾਜ਼ ਅਸੈਂਬਲੀ ਤੱਕ ਪਹੁੰਚਾਉਣ ਦਾ ਯਤਨ ਕਰੋ ਤਾਂ ਉੱਥੇ ਵੀ ਤਾਂ ਸਾਡਾ ਹੀ ਅਮਲਾ ਹੈ। ਜੇ ਤੁਸੀਂ ਕਹੋ ਕਿ ਵਜ਼ਾਰਤ ਦੇ ਕੰਨਾਂ ਤੀਕ ਇਹ ਮਾਮਲਾ ਪਹੁੰਚਾ ਕੇ ਕੁਝ ਕਰ ਸਕੋਗੇ ਤਾਂ ਇਹ ਵੀ ਤੁਹਾਡੀ ਖਾਮ ਖਿਆਲੀ ਹੋਵੇਗੀ, ਕਿਉਂਕਿ ਜਿਨ੍ਹਾਂ ਵਜ਼ੀਰਾਂ ਨੂੰ ਵਜ਼ਾਰਤ ਦੀ ਕੁਰਸੀ ਸਾਡੀ ਮਦਦ ਨਾਲ ਹਾਸਲ ਹੋਈ ਹੈ, ਉਹਨਾਂ ਪਾਸੋਂ ਤੁਸੀਂ ਉਮੀਦ ਹੀ ਨਾ ਰੱਖੋ ਕਿ ਸਾਡੇ ਨਾਲ ਵਿਗਾੜ ਕੇ ਤੁਹਾਡੀ ਮਦਦ ਲਈ ਤਿਆਰ ਹੋ ਜਾਣਗੇ।
ਸੋ ਡਾਕਟਰ ਸਾਹਿਬ, ਤੁਹਾਡੀ ਦਾਨਸ਼ਮੰਦੀ ਇਸੇ ਵਿੱਚ ਹੈ ਕਿ ਚੁੱਪ ਕਰਕੇ ਆਪਣਾ ਹਿੱਸਾ ਲਓ ਤੇ ਸਾਡੇ ਰਸਤੇ ਵਿੱਚੋਂ ਹਟ ਜਾਓ। ਡਾਕਟਰ ਨੇ ਆਪਣਾ ਬਿਆਨ ਜਾਰੀ ਰੱਖਿਆ। ਤੇ ਪੁੰਨਿਆ ਜੀ, ਉਸ MLA ਦੀਆਂ ਗੱਲਾਂ ਝੂਠ ਨਹੀਂ ਸਨ, ਜਦਕਿ ਉਸ ਤੋਂ ਪਹਿਲਾਂ ਕਈ ਵਾਰੀ ਮੈਂ ਅਜਮਾ ਕੇ ਵੇਖ ਚੁੱਕਾ ਸਾਂ। ਕਈ ਕੇਸ ਮੈਂ ਖੁਦ ਫੜੇ ਤੇ ਫੜ ਕੇ ਮੁਲਜ਼ਮਾਂ ਨੂੰ ਕਾਨੂੰਨ ਦੇ ਹਵਾਲੇ ਕਰ ਚੁੱਕਾ ਸਾਂ, ਪਰ ਜਿਉਂ ਹੀ ਮੈਂ ਕਿਸੇ MLA ਜਾਂ ਕਿਸੇ ਮਸ਼ਹੂਰ ਕਾਂਗਰਸੀ ਦਾ ਗੁਪਤ ਹੱਥ ਇਸ ਤਗਾਸੇ ਦੇ ਗਵਾਹਾਂ ਦੀ ਪਿੱਠ ਤੇ ਫਿਰਦਾ ਤੇ ਆਦਮ ਸਬੂਤ ਦੀ ਹਾਲਤ ਵਿੱਚ ਜਾਂ ਸ਼ੱਕ ਦੀ ਬਿਨਾਂ ਉੱਤੇ ਅਦਾਲਤ ਨੂੰ ਮਜਬੂਰਨ ਉਹਨਾਂ ਨੂੰ ਬਰੀ ਕਰ ਦੇਣਾ ਪੈਂਦਾ ਸੀ। ਸੋ ਅਖੀਰ ਮੈਨੂੰ ਵੀ ਉਸ MLA ਦੀ ਰਾਏ ਅੱਗੇ ਝੁਕਣਾ ਪਿਆ ਤੇ ਇਹੋ ਮੇਰੀ ਜ਼ਿੰਦਗੀ ਵਿੱਚ ਪਹਿਲਾ ਮੌਕਾ ਸੀ ਜਦ ਮੈਂ ਡਰ ਤੇ ਲੋਭ ਦਾ ਸ਼ਿਕਾਰ ਹੋ ਕੇ ਆਪਣੇ ਅਸੂਲ ਤੋਂ ਡਿੱਗਿਆ। ਅਖੀਰ ਸਾਡਾ ਸਮਝੌਤਾ ਇਸ ਸ਼ਰਤ ਤੇ ਹੋ ਗਿਆ ਕਿ ਉਹਨਾਂ 5 ਟਰੱਕਾਂ ਵਿੱਚੋਂ ਜਿਹੜਾ ਇੱਕ ਮੈਂ ਚਾਹਾਂ ਲੈ ਲਵਾਂ। ਟਰੱਕ ਲੱਦੀ ਦੇ ਮੈਂ ਆਪਣੀਆਂ ਅੱਖਾਂ ਨਾਲ ਤੱਕੇ ਸਨ, ਜਿਸ ਕਰਕੇ ਮੇਰੀ ਉਂਗਲ ਉਸ ਟਰੱਕ ਉੱਤੇ ਜਾ ਟਿਕੀ ਜਿਸ ਵਿੱਚ ਨਿਰੇ ਟਰੰਕ, ਸੰਦੂਕ ਤੇ ਸੂਟਕੇਸ ਹੀ ਲੱਦੇ ਹੋਏ ਸਨ। ਫਿਰ ਉਹਨਾਂ ਵਿੱਚੋਂ ਕੀ ਨਿਕਲਿਆ? ਪੁੰਨਿਆ ਨੇ ਤਾਨੇ ਦੇ ਰੰਗ ਵਿੱਚ ਪੁੱਛਿਆ। ਡਾਕਟਰ ਦੱਸਣ ਲੱਗਾ, ਪਤਾ ਨਹੀਂ ਕਿੱਡਾ ਕੁ ਮਾਲਦਾਰ ਸੀ ਉਸ ਘਰ ਦਾ ਮਾਲਕ ਜਿਸਨੇ ਇੰਨਾ ਸੋਨਾ, ਚਾਂਦੀ ਤੇ ਸਮਾਨ ਇਕੱਠਾ ਕੀਤਾ ਹੋਇਆ ਸੀ। ਜਿਹੜਾ ਟਰੰਕ ਖੋਲਦਾ ਸਾਂ ਉਸ ਵੱਧ ਤੋਂ ਵੱਧ ਕੀਮਤੀ ਸਮਾਨ ਨਾਲ ਭਰਿਆ ਹੋਇਆ। ਉਹਨਾਂ ਵਿੱਚ ਇੱਕ ਟਰੰਕ ਐਸੇ ਵੀ ਸਨ ਜਿਨ੍ਹਾਂ ਵਿੱਚ ਵਰੀ ਦਾ ਸਮਾਨ ਸੀ। ਮਗਰੋਂ ਪਤਾ ਲੱਗਾ ਕਿ ਉਹ ਨਿਕਾਸੀ ਨੇ ਲੜਕੇ ਦਾ ਵਿਆਹ ਰਚਿਆ ਹੋਇਆ ਸੀ। ਤੇ ਉਸ ਤੋਂ ਬਾਅਦ? ਪੁੰਨਿਆ ਨੇ ਪੁੱਛਿਆ। ਉਸ ਤੋਂ ਬਾਅਦ ਦੀ ਕੀ ਦੱਸਾਂ? ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿ ਉਹਨਾਂ ਚੀਜ਼ਾਂ ਨੂੰ ਵੇਖਦਿਆਂ ਹੀ ਮੇਰੇ ਅੰਦਰ ਅੱਗ ਜਿਹੀ ਭੜਕ ਉੱਠੀ। ਦਿਲ ਕਰੇ ਕਿ ਸਾਰੇ ਸ਼ਹਿਰ ਦੇ ਇਹੋ ਜਿਹੇ ਮਕਾਨਾਂ ਨੂੰ ਰਾਤੋਂ ਰਾਤ ਭੰਨ ਕੇ ਅੰਦਰ ਪਾ ਲਵਾਂ। ਬਸ ਉਸ ਦਿਨ ਤੋਂ ਬਾਅਦ ਮੇਰੀ ਇਮਾਨਦਾਰੀ, ਮੇਰੀ ਦਿਆਨਤਦਾਰੀ ਤੇ ਮੇਰੀ ਅਸੂਲ ਪ੍ਰਸਤੀ ਸਭ ਕੁਝ ਖੰਭ ਲਾ ਕੇ ਉੱਡ ਗਿਆ। ਅੰਦਰ ਖਾਨੇ ਜਿੱਥੋਂ ਤੱਕ ਜੋ ਕੁਝ ਵਸੂਲ ਹੋ ਸਕਦਾ ਕਰਨਾ ਸ਼ੁਰੂ ਕਰ ਦਿੱਤਾ। ਪਰ ਹੈਰਾਨੀ ਦੀ ਗੱਲ ਇਹ ਕਿ ਜਿਉਂ-ਜਿਉਂ ਰੁਪਏ ਨਾਲ ਮੇਰਾ ਅੰਦਰ ਬਾਹਰ ਭਰਦਾ ਗਿਆ, ਉਨੀ ਹੀ ਤੇਜ਼ੀ ਨਾਲ ਮੇਰੀ ਭੁੱਖ ਵੱਧਦੀ ਗਈ। ਨਿਰਾ ਕਸਟੋਡੀਅਨ ਦੇ ਕੰਮ ਚੋਂ ਜਦ ਹਿਰਸ ਪੂਰੀ ਨਾ ਹੁੰਦੀ ਦਿਸੀ ਤਾਂ ਮੈਂ ਹੋਰ ਪਾਸੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਵੱਡੇ ਅਫਸਰਾਂ ਤੱਕ ਮੇਰੀ ਪਹੁੰਚ ਤਾਂ ਪਹਿਲਾਂ ਹੀ ਘੱਟ ਨਹੀਂ ਸੀ, ਪਰ ਕੋਸ਼ਿਸ਼ ਕਰਕੇ ਮੈਂ ਉਹਨਾਂ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਮੇਰਾ ਅੰਦਰ ਬਾਹਰ ਦੌਲਤ ਨਾਲ ਭਰਦਾ ਗਿਆ। ਆਪਣੇ ਮਹਿਕਮੇ ਦੇ ਬਾਕੀ ਛੋਟੇ ਵੱਡੇ ਕਰਮਚਾਰੀ ਸਾਰੇ ਮੇਰੇ ਹਮਰਾਜ਼ ਬਣ ਗਏ ਸਨ ਤੇ ਅਸਾਂ ਸਾਰਿਆਂ ਨੇ ਆਪੋ ਵਿੱਚ ਹਿੱਸੇ ਠਹਿਰਾ ਲਏ ਸਨ। ਜਦੋਂ ਵੀ ਕੋਈ ਕੇਸ ਮੇਰੇ ਹੱਥ ਵਿੱਚ ਆਉਂਦਾ, ਮੈਂ ਰਜਵੀਂ ਰਿਸ਼ਵਤ ਲੈ ਲੈਂਦਾ ਸਾਂ ਤੇ ਫਿਰ ਅਸੀਂ ਸਾਰੇ ਉਸ ਰਕਮ ਨੂੰ ਆਪੋ ਵਿੱਚ ਵੰਡ ਲੈਂਦੇ ਸਾਂ। ਕਦੀ-ਕਦੀ ਮੇਰੇ ਦਿਲ ਨੂੰ ਅਫਸੋਸ ਹੁੰਦਾ ਕਿ ਮੈਂ ਪਹਿਲਾਂ ਹੀ ਕਿਉਂ ਨਾ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ। ਜੇ ਕਰ ਦਿੰਦਾ ਤਾਂ ਹੁਣ ਤੱਕ ਕਰੋੜਪਤੀ ਬਣ ਜਾਣਾ ਸੀ। ਪਰ ਇੰਨੀ ਲੁੱਟਮਾਰ ਕਰਦਾ ਹੋਇਆ ਵੀ ਮੈਂ ਪਹਿਲਾਂ ਵਾਂਗ ਹੀ ਲੋਕਾਂ ਦੀ ਸ਼ਰਧਾ ਦਾ ਪਾਤਰ ਬਣਿਆ ਹੋਇਆ ਸਾਂ। ਲੋਕ ਉਸੇ ਤਰ੍ਹਾਂ ਮੈਨੂੰ ਧਰਮ ਦਾ ਛਤਰ ਤੇ ਰਾਜਾ ਭੋਜ ਦਾ ਅਵਤਾਰ ਸਮਝਦੇ ਤੇ ਹਜੇ ਤੱਕ ਸਮਝ ਰਹੇ ਨੇ। ਉਨੀ ਦਿਨੀ ਲੋਹੇ ਦੀ ਮਾਰਕੀਟ ਵਿੱਚ ਅੰਨੀ ਲੁੱਟ ਮੱਚੀ ਹੋਈ ਸੀ। ਉਹ MLA ਜਿਸ ਦੀ ਮਦਦ ਨਾਲ ਮੈਨੂੰ 50-60 ਹਜ਼ਾਰ ਦੀ ਮਾਲੀਅਤ ਦਾ ਭਰਿਆ ਹੋਇਆ ਟਰੱਕ ਮਿਲਿਆ ਸੀ, ਉਸ ਨਾਲ ਮੇਰਾ ਦੋਸਤਾਨਾ ਹੋ ਗਿਆ ਤੇ ਉਸੇ ਨਾਲ ਰਲ ਕੇ ਮੈਂ ਕਈ ਟਨ ਲੋਹੇ ਦੇ ਪਰਮਿਟ ਹਾਸਲ ਕਰ ਲਏ। ਫਿਰ ਤਾਂ ਸਮਝੋ ਦੌਲਤ ਦਾ ਮੀਂਹ ਵਰਨ ਲੱਗ ਪਿਆ। ਪਰ ਡਾਕਟਰ ਜੀ, ਪੁੰਨਿਆ ਨੇ ਪੁੱਛਿਆ, ਤੁਹਾਡੇ ਇਸ ਸਾਰੇ ਬਿਆਨ ਵਿੱਚ ਸ਼ੁਕਲ ਦਾ ਕਿਤੇ ਜ਼ਿਕਰ ਨਹੀਂ ਆਇਆ। ਸ਼ੁਕਲ ਨਾਲ ਮੇਰੀ ਸਾਂਝ ਪਈ ਨੂੰ ਤਾਂ ਥੋੜਾ ਹੀ ਚਿਰ ਹੋਇਆ ਹੈ, ਤਾਂ ਉਹਦਾ ਹਾਲ ਵੀ ਸੁਣਾ ਦਿਓ। ਉਸ ਦੇ ਨਾਂ ਜਿਹੜੀ ਤੁਸੀਂ ਅਲਾਟਮੈਂਟ ਕੀਤੀ ਸੀ ਉਸ ਚੋਂ ਵੀ ਤਾਂ ਕਾਫੀ ਕੁਝ ਮਿਲਿਆ ਹੋਵੇਗਾ ਤੁਹਾਨੂੰ। ਡਾਕਟਰ ਬੋਲਿਆ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੁਕਲ ਪਾਸੋਂ ਵੀ ਮੈਂ ਰਿਸ਼ਵਤ ਲਈ, ਪਰ ਪੈਸਿਆਂ ਦੀ ਸ਼ਕਲ ਵਿੱਚ ਨਹੀਂ। ਹੋਰ ਕਿਸ ਸ਼ਕਲ ਵਿੱਚ? ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਲੈਜਿਸਲੇਟਿਵ ਦੀ ਜਿਮਨੀ ਚੋਣ ਲਈ ਖੜੇ ਹੋਣ ਦੀ ਤਿਆਰੀ ਕਾਫੀ ਚਿਰ ਤੋਂ ਕਰ ਰਿਹਾ ਹਾਂ। ਆਹੋ, ਪੁੰਨਿਆ ਨੇ ਚੋਟ ਲਾਈ, ਕਾਂਗਰਸੀ ਦੇ ਮੁਕਾਬਲੇ ਵਿੱਚ। ਬੇਸ਼ੱਕ। ਡਾਕਟਰ ਇਸ ਵੇਲੇ ਜਿਵੇਂ ਆਪਣੇ ਹਰ ਇੱਕ ਜੁਰਮ ਦੇ ਇਕਬਾਲ ਤੇ ਉਤਾਰੂ ਸੀ। ਇਹ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਕਾਂਗਰਸ ਦੇ 2 ਗਰੁੱਪ ਬਣੇ ਹੋਏ ਨੇ, ਦੋਹਾਂ ਵੱਲੋਂ ਉਮੀਦਵਾਰ ਖੜੇ ਹੋਣਾ ਚਾਹੁੰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਤਾਂ ਹਰ ਹਾਲਤ ਵਿੱਚ ਹਾਰਨਾ ਹੀ ਪਵੇਗਾ। ਮੇਰੇ ਇਸੇ ਐਤਕਾਂ ਦੇ ਦੌਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਉਸ ਦੇ ਹੱਕ ਵਿੱਚ ਮੇਰੇ ਨਾਲੋਂ ਬਹੁਤ ਥੋੜ੍ਹੀਆਂ ਵੋਟਾਂ ਨੇ। ਖੈਰ, ਇਸ ਗੱਲ ਨੂੰ ਛੱਡੋ। ਸ਼ੁਕਲ ਨਾਲ ਮੇਰਾ ਇਹ ਫੈਸਲਾ ਹੋਇਆ ਸੀ ਕਿ ਉਹ ਮੈਨੂੰ ਚੋਣ ਲੜਨ ਵਿੱਚ ਮਦਦ ਦੇਵੇਗਾ ਤੇ ਮੈਂ ਪ੍ਰੈਸ ਤੇ ਉਸਦੇ ਰਿਹਾਇਸ਼ੀ ਮਕਾਨ ਦੀ ਅਲਾਟਮੈਂਟ ਉਸਦੇ ਨਾਂ ਕਰ ਦਿਆਂਗਾ। ਤਾਂ ਤੇ ਸ਼ੁਕਲ ਨੇ ਉਸ ਰਾਤ ਮੈਨੂੰ ਠੀਕ ਹੀ ਕਿਹਾ ਸੀ ਕਿ ਇਸ ਸਿਲਸਿਲੇ ਵਿੱਚ ਤੁਸੀਂ ਦੋਵੇਂ ਇੱਕੋ ਬੇੜੀ ਵਿੱਚ ਸਵਾਰ ਹੋ। ਅੱਛਾ, ਇੱਕ ਗੱਲ ਹੋਰ ਦੱਸੋ ਡਾਕਟਰ ਜੀ, ਅਸੈਂਬਲੀ ਦੇ ਮੈਂਬਰ ਬਣਨ ਤੋਂ ਤੁਹਾਡਾ ਕੀ ਮਕਸਦ ਹੈ? ਇਹੋ ਹੀ ਕਿ ਤੁਹਾਡੇ ਧਨ ਦੌਲਤ ਵਿੱਚ ਹੋਰ ਵਾਧਾ ਹੋ ਜਾਵੇ ਜਾਂ ਦੇਸ਼ ਸੇਵਾ? ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਦਾ ਹਾਂ ਪੁੰਨਿਆ, ਕਿ ਕੀ ਇਹਨਾਂ ਸਾਰੇ ਗੁਨਾਹਾਂ ਨੂੰ ਤੁਸੀਂ ਕਿਸੇ ਵੀ ਸ਼ਰਤ ਤੇ ਮਾਫ ਕਰ ਸਕੋਗੇ? ਹਾਂ, ਇੱਕ ਸ਼ਰਤ ਤੇ। ਕਿ? ਪ੍ਰਾਸ਼ਚਿਤ। ਮੈਂ ਪ੍ਰਾਸ਼ਚਿਤ ਕਰਨ ਨੂੰ ਤਿਆਰ ਹਾਂ, ਪਰ ਮੈਂ ਉਹੋ ਜਿਹਾ ਪ੍ਰਾਸ਼ਚਿਤ ਨਹੀਂ ਚਾਹੁੰਦੀ ਜਿਹੋ ਜਿਹਾ ਸ਼ੁਕਲ ਜੀ ਨੇ ਇੱਥੇ ਆ ਕੇ ਕਰਨਾ ਚਾਹਿਆ ਸੀ। ਸ਼ੁਕਲ ਜੀ ਨੇ? ਡਾਕਟਰ ਨੇ ਪੁੱਛਿਆ। ਉਸ ਕਿਸ ਤਰ੍ਹਾਂ ਦਾ?
ਇਸ ਦੇ ਜਵਾਬ ਵਿੱਚ ਪੁੰਨਿਆ ਨੇ ਉਸ ਰਾਤ ਦੀ ਵਿਥਿਆ ਡਾਕਟਰ ਨੂੰ ਸੁਣਾ ਦਿੱਤੀ ਤੇ ਨਾਲ ਹੀ ਜਾਣ ਤੋਂ ਪਹਿਲਾਂ ਸ਼ੁਕਲ ਜੀ ਨੇ ਡਾਕਟਰ ਬਾਰੇ ਜਿਹੜਾ ਭੇਦ ਖੋਲ੍ਹਿਆ ਸੀ ਉਹ ਵੀ। ਸੁਣ ਕੇ ਡਾਕਟਰ ਦੀ ਸ਼ਰਮਿੰਦਗੀ ਵਿੱਚ ਹੋਰ ਵਾਧਾ ਹੋ ਗਿਆ। ਉਹ ਮਸੀਂ ਇੰਨਾ ਹੀ ਕਹਿ ਸਕਿਆ, ਸ਼ੁਕਲ ਜੀ ਨੇ ਠੀਕ ਹੀ ਕਿਹਾ ਹੈ ਜੋ ਕੁਝ ਮੇਰੀ ਬਾਬਤ ਕਿਹਾ ਹੈ। ਫਿਰ ਜਰਾ ਠਹਿਰ ਕੇ ਬੋਲਿਆ, ਪਰ ਮੈਂ ਉਸ ਵਰਗਾ ਪ੍ਰਾਸ਼ਚਿਤ ਨਹੀਂ ਕਰਾਂਗਾ ਪੁੰਨਿਆ ਜੀ, ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਹਾਂ, ਪ੍ਰਾਸ਼ਚਿਤ ਕੀਕਨ ਕਰਨਾ ਹੋਵੇਗਾ, ਪਰ ਜਾਣਦੇ ਹੋ ਤੁਹਾਡੇ ਪ੍ਰਾਸ਼ਚਿਤ ਦੇ ਅਰਥ ਕੀ ਹੋਣਗੇ? ਪੁੰਨਿਆ ਨੇ ਹਾਕਮਾਨਾ ਰੂਪ ਵਿੱਚ ਪੁੱਛਿਆ। ਜਾਣਦਾ ਹਾਂ, ਮੈਨੂੰ ਉਹ ਸਭ ਕੁਝ ਤਿਆਗਣਾ ਪਵੇਗਾ ਜੋ ਮੈਂ ਪੈਦਾ ਕੀਤਾ ਹੈ। ਜੇ ਤੁਸੀਂ ਇਹ ਕਰ ਸਕੋ ਤਾਂ ਪੁੰਨਿਆ ਜਨਮ ਜਮਾਂਤਰਾਂ ਲਈ ਤੁਹਾਡੀ ਹੋਵੇਗੀ। ਹਾਂ, ਮੈਂ ਪੁੱਛਿਆ ਸੀ ਕਿ ਤੁਸੀਂ ਅਸੈਂਬਲੀ ਦੀ ਚੋਣ ਲਈ ਕਿਸ ਖਿਆਲ ਨਾਲ ਖੜੇ ਹੋਣਾ ਚਾਹੁੰਦੇ ਹੋ। ਹੁਣ ਜਦ ਕਿ ਲੁਕ ਲੁਕਾ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਤਾਂ ਮੈਨੂੰ ਮੰਨਣਾ ਪਵੇਗਾ ਕਿ ਇਹ ਚੋਣ ਮੈਂ ਦੌਲਤ ਤੇ ਨਾਮ ਹਾਸਲ ਕਰਨ ਲਈ ਲੜਨ ਲੱਗਾ ਸਾਂ, ਭਾਵੇਂ ਜ਼ਾਹਿਰਾ ਤੌਰ ਤੇ ਇਸ ਦੀ ਸ਼ਕਲ ਕੁਝ ਵੀ ਹੋਵੇ। ਪੁੰਨਿਆ ਬੋਲੀ, ਅੱਜ ਤੁਸੀਂ ਮੇਰੀਆਂ ਨਜ਼ਰਾਂ ਵਿੱਚ 12 ਦਾ ਸੋਨਾ ਹੋ ਡਾਕਟਰ ਜੀ, ਪਰ ਜੇ ਫਿਰ ਇਸ ਵਿੱਚ ਕੋਈ ਖੋਟ, ਇਸ ਵਿੱਚ ਮੇਰੀ ਕੋਈ ਬਹਾਦਰੀ ਨਹੀਂ ਪੁੰਨਿਆ ਜੀ, ਤੁਸੀਂ ਹੀ ਮੇਰਾ ਖੋਟ ਦੂਰ ਕੀਤਾ ਹੈ ਤੇ ਅੱਗੇ ਲਈ ਵੀ ਤੁਹਾਡੇ ਪੁਰਸ਼ਾਰਥ ਨਾਲ ਹੀ ਸੁਰੱਖਿਅਤ ਰਹਿ ਸਕਾਂਗਾ। ਅੱਜ ਤੋਂ ਮੇਰੀ ਕਿਸ਼ਤੀ ਦਾ ਚੱਪੂ ਤੁਹਾਡੇ ਹੱਥ ਹੈ, ਜਿਸ ਪਾਸੇ ਚਾਹੋ ਇਸ ਨੂੰ ਲੈ ਜਾ ਸਕਦੇ ਹੋ। ਕਿ ਹੋਰ ਵੀ ਹਜੇ ਕੋਈ ਗੱਲ ਪੁੱਛਣੀ ਬਾਕੀ ਹੈ? ਸਭ ਕੁਝ ਪੁੱਛ ਲਿਆ। ਪੁੰਨਿਆ ਬਹੁਤ ਹੀ ਡੂੰਘੇ ਜਜ਼ਬੇ ਨਾਲ ਗਦਗਦ ਹੋ ਕੇ ਬੋਲੀ, ਹੁਣ ਸਿਰਫ ਦੱਸਣਾ ਬਾਕੀ ਹੈ ਕਿ ਤੁਸੀਂ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂ ਮੈਨੂੰ ਦਿਖਾਏ ਨੇ, ਇਸੇ ਤਰ੍ਹਾਂ ਮੈਨੂੰ ਵੀ ਤਾਂ ਦਿਖਾਣੇ ਪੈਣਗੇ, ਪਰ ਮੈਂ ਇਸ ਦੀ ਲੋੜ ਨਹੀਂ ਸਮਝਦਾ। ਮੈਂ ਤਾਂ ਸਮਝਦੀ ਹਾਂ ਨਾ। ਚੰਗਾ, ਜੇ ਤੁਸੀਂ ਖਿਆਲ ਕਰਦੇ ਹੋ ਕਿ ਇਸ ਬਿਨਾਂ ਕੰਮ ਨਹੀਂ ਸਰ ਸਕਦਾ ਤੇ ਐਵੇਂ ਸਹੀ, ਪਰ ਅੱਜ ਨਹੀਂ ਡਾਕਟਰ ਜੀ, ਰਾਤ ਕਾਫੀ ਜਾ ਚੁੱਕੀ ਹੈ, ਹੁਣ ਰੋਟੀ ਪਾਣੀ ਦਾ ਵੀ ਤਾਂ ਕੁਝ ਕਰਨਾ ਹੈ। ਅੱਛਾ, ਇਹੋ ਸਹੀ, ਪਰ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਸ਼ੁਕਲ ਨੂੰ ਤੁਸੀਂ ਨਾਰਾਜ਼ ਕਰਕੇ ਭੇਜ ਚੁੱਕੇ ਹੋ, ਉਸ ਬਾਬਤ ਕੀ ਕਰਨਾ ਹੋਵੇਗਾ? ਉਹ ਬੜਾ ਖਤਰਨਾਕ ਆਦਮੀ ਹੈ। ਤੁਹਾਡੇ ਪਾਸੋਂ ਜਾ ਕੇ ਉਹ ਆਰਾਮ ਨਾਲ ਨਹੀਂ ਬੈਠਿਆ ਹੋਣਾ, ਜ਼ਰੂਰ ਕੋਈ ਨਾ ਕੋਈ ਚਾਲ ਚੱਲੇਗਾ, ਪਰ ਮੇਰਾ ਯਕੀਨ ਹੈ ਕਿ ਇਸ ਮਾਮਲੇ ਵਿੱਚ ਉਹ ਮੈਨੂੰ ਇੱਕ ਵਾਰੀ ਜ਼ਰੂਰ ਮਿਲੇਗਾ। ਸੋ ਤੁਸੀਂ ਦੱਸੋ ਉਸ ਬਾਰੇ ਕੀ ਕਰਨਾ ਹੋਵੇਗਾ? ਮੁਮਕਿਨ ਹੈ ਉਹ ਮੇਰੀ ਕੋਠੀ ਦੇ ਦੁਆਲੇ ਹੁਣ ਤੱਕ ਕੋਈ ਚੱਕਰ ਕੱਟ ਚੁੱਕਾ ਹੋਵੇ। ਮੈਂ ਉਸ ਨੂੰ ਦੱਸ ਚੁੱਕੀ ਹਾਂ ਕਿ ਉਹ ਪ੍ਰਾਸ਼ਚਿਤ ਕਰੇ, ਪਰ ਉਹ ਇਕਰਾਰ ਕਰਕੇ ਫਿਰ ਮੁੱਕਰ ਗਿਆ। ਇਸ ਗੱਲ ਦੀ ਉਸ ਪਾਸੋਂ ਕਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜੋ ਉਸ ਦੇ ਹੱਥ ਆ ਚੁੱਕਾ ਹੈ ਉਸ ਨੂੰ ਉਹ ਕਿਸੇ ਤਰ੍ਹਾਂ ਵੀ ਛੱਡਣ ਨੂੰ ਤਿਆਰ ਨਹੀਂ ਹੋਵੇਗਾ। ਤਾਂ ਫਿਰ ਇਹ ਸਾਰਾ ਕੇਸ ਪੁਲਿਸ ਵਿੱਚ ਦੇਣਾ ਪਵੇਗਾ ਡਾਕਟਰ ਜੀ। ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਕਿਉਂ? ਉਸ ਦੀਆਂ ਬਾਹਾਂ ਕਾਫੀ ਲੰਬੀਆਂ ਨੇ, ਕਾਨੂੰਨ ਦੇ ਤਿੱਖੇ ਦੰਦਾਂ ਹੇਠੋਂ ਬਚ ਨਿਕਲਣਾ ਉਸ ਲਈ ਕੁਝ ਵੀ ਮੁਸ਼ਕਿਲ ਨਹੀਂ। ਕੀ ਤੁਹਾਡੇ ਖਿਆਲ ਵਿੱਚ ਅਦਾਲਤ? ਗੱਲ ਟੋਕ ਕੇ ਡਾਕਟਰ ਬੋਲਿਆ, ਤੁਸੀਂ ਇਹਨਾਂ ਮਾਮਲਿਆਂ ਵਿੱਚ ਹਜੇ ਪਏ ਨਹੀਂ ਪੁੰਨਿਆ ਜੀ। ਅਦਾਲਤਾਂ ਸੱਚ ਝੂਠ ਜਾਂ ਚੋਰ ਸਾਧ ਦਾ ਨਿਤਾਰਾ ਉਸੇ ਹਾਲਤ ਵਿੱਚ ਕਰਦੀਆਂ ਨੇ ਜੇ ਉਹਨਾਂ ਤੱਕ ਸੱਚ ਦੀ ਪਹੁੰਚ ਹੋਵੇ। ਅਦਾਲਤਾਂ ਵਿੱਚ ਜਾਂਦਾ ਜਾਂਦਾ ਸੱਚ ਰਸਤੇ ਵਿੱਚ ਹੀ ਡੂਲਾ ਲੰਗੜਾ ਹੋ ਕੇ ਢਹਿ ਪੈਂਦਾ ਹੈ, ਪਰ ਇਸ ਦੇ ਮੁਕਾਬਲੇ ਵਿੱਚ ਝੂਠ ਟੁਰ ਕੇ ਨਹੀਂ ਸਗੋਂ ਉੱਡ ਕੇ ਉੱਥੇ ਜਾ ਪਹੁੰਚਦਾ ਹੈ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਅਦਾਲਤਾਂ ਪਾਸੋਂ ਇਨਸਾਫ ਦੀ ਉਮੀਦ ਹੀ ਛੱਡ ਦਈਏ। ਨਾ ਉਮੀਦ ਤਾਂ ਸਾਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਹੋਣਾ ਚਾਹੀਦਾ, ਪਰ ਮੈਨੂੰ ਡਰ ਹੈ ਕਿ ਸ਼ੁਕਲ ਵਰਗੇ ਕਾਨੂੰਨੀ ਚੀਥੜੇ ਦਾ ਮੁਕਾਬਲਾ ਕਰਨਾ ਕਾਫੀ ਮੁਸ਼ਕਿਲ ਹੈ। ਥੋੜੀ ਦੇਰ ਰੁਕਣ ਤੋਂ ਬਾਅਦ ਡਾਕਟਰ ਫਿਰ ਬੋਲਿਆ, ਪੁੰਨਿਆ ਜੀ, ਤੁਸੀਂ ਮੈਨੂੰ ਪ੍ਰਾਸ਼ਚਿਤ ਲਈ ਕਿਹਾ ਹੈ ਨਾ? ਹਾਂ, ਮੇਰੇ ਖਿਆਲ ਵਿੱਚ ਪ੍ਰਾਸ਼ਚਿਤ ਕਰਨ ਲਈ ਸਭ ਤੋਂ ਚੰਗੀ ਥਾਂ ਜੇਲ੍ਹ ਹੈ। ਇਸ ਦਾ ਮਤਲਬ? ਮੇਰੀ ਸਲਾਹ ਹੈ ਮੈਨੂੰ ਜੇਲ੍ਹ ਵਿੱਚ ਜਾ ਕੇ ਆਪਣੇ ਕੋਈ ਕਰਮਾਂ ਦਾ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। ਮੈਂ ਆਪਣੇ ਗੁਨਾਹਾਂ ਦਾ ਇਕਬਾਲ ਕਰਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਆਂਗਾ। ਮੈਨੂੰ ਹੁਣ ਸਮਝ ਆਈ ਹੈ ਕਿ ਜਦ ਤੱਕ ਮੈਂ ਪ੍ਰਾਸ਼ਚਿਤ ਦੀ ਭੱਠੀ ਵਿੱਚ ਪੈ ਕੇ ਆਪਣੀ ਗੰਦੀ ਆਤਮਾ ਨੂੰ ਸ਼ੁੱਧ ਨਹੀਂ ਕਰ ਲੈਂਦਾ, ਤਦ ਤੱਕ ਤੁਹਾਡਾ ਜੀਵਨ ਸਾਥੀ ਬਣਨ ਦਾ ਮੈਨੂੰ ਕੋਈ ਹੱਕ ਨਹੀਂ। ਇਹ ਮੈਂ ਜਾਣਦਾ ਹਾਂ ਕਿ ਜੇਲ੍ਹਵਾਸ ਦੀ ਹਾਲਤ ਵਿੱਚ ਮੈਨੂੰ ਕਾਫੀ ਚਿਰ ਤੋਂ ਹੱਥੋਂ ਵਿਛੜ ਕੇ ਰਹਿਣਾ ਪਵੇਗਾ, ਪਰ ਪੁੰਨਿਆ ਸ਼ਰਧਾ ਤੇ ਪਿਆਰ ਦੀ ਰੰਗਨ ਵਿੱਚ ਲਾਲ ਹੋ ਕੇ ਬੋਲੀ, ਵਿਛੋੜਾ ਨਹੀਂ ਡਾਕਟਰ ਜੀ, ਇਹੋ ਤਾਂ ਸਾਡੀਆਂ ਰੂਹਾਂ ਦਾ ਅਸਲ ਮਿਲਾਪ ਹੋਵੇਗਾ। ਯਕੀਨ ਰੱਖੋ, ਜਿੰਨਾ ਚਿਰ ਤੁਸੀਂ ਪ੍ਰਾਸ਼ਚਿਤ ਕਰਨ ਵਿੱਚ ਬਿਤਾਓਗੇ, ਉਹਨਾਂ ਸਮਾਂ ਪੁੰਨਿਆ ਤੁਹਾਡੀ ਆਰਾਧਨਾ ਵਿੱਚ ਗੁਜ਼ਾਰੇਗੀ। ਪਰ ਕਿਉਂਕਿ ਹਜੇ ਇੱਕ ਹੋਰ ਦੀਵਾਰ ਸਾਡੇ ਦੋਹਾਂ ਵਿਚਾਲੇ ਮੌਜੂਦ ਹੈ ਤੇ ਜਦ ਤੱਕ ਹਟ ਨਹੀਂ ਜਾਂਦੀ, ਤਦ ਤੱਕ ਮੈਂ ਆਪਣੇ ਆਪ ਨੂੰ ਇਸ ਦੀ ਹੱਕਦਾਰ ਨਹੀਂ ਸਮਝਦੀ। ਤਾਂ ਉਸ ਨੂੰ ਵੀ ਦੂਰ ਕਰ ਦਿਓ ਲੱਗਦੇ ਹੱਥ। ਉਸ ਨੂੰ ਦੂਰ ਕਰਨਾ ਨਾ ਕਰਨਾ ਮੇਰੇ ਹੱਥ ਨਹੀਂ, ਤੁਹਾਡੇ ਹੱਥ ਹੈ। ਮੇਰੇ ਹੱਥ? ਤਾਂ ਪੁੰਨਿਆ ਜੀ, ਤੁਸੀਂ ਹਜੇ ਵੀ ਗਲਤ ਫਹਿਮੀ ਵਿੱਚ ਹੋ, ਜਦਕਿ ਆਪਣੇ ਤੇ ਤੁਹਾਡੇ ਦਰਮਿਆਨ ਮੈਨੂੰ ਵਾਲ ਜਿੰਨੀ ਵੀ ਵਿੱਥ ਨਜ਼ਰੀ ਨਹੀਂ ਆਉਂਦੀ। ਪਰਮਾਤਮਾ ਕਰੇ ਮੇਰੀ ਰਾਮ ਕਹਾਣੀ ਸੁਣਨ ਤੋਂ ਬਾਅਦ ਵੀ ਤੁਹਾਡਾ ਇਹ ਖਿਆਲ ਬਣਿਆ ਰਹੇ। ਕਹਾਣੀ ਛੱਡ ਕੇ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਮੇਰੇ ਖਿਆਲਾਂ ਵਿੱਚ ਜੁਬਸ਼ ਨਹੀਂ ਲਿਆ ਸਕਦੀ ਪੁੰਨਿਆ ਜੀ। ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਤੁਹਾਨੂੰ ਪ੍ਰਾਪਤ ਕਰਨ ਲਈ ਜੇ ਮੈਂ ਕਹਿ ਦਿਆਂ ਕਿ ਸਿਰ ਧੜ ਦੀ ਬਾਜੀ ਲਾਉਣ ਨੂੰ ਤਿਆਰ ਹਾਂ, ਤਾਂ ਤੁਸੀਂ ਇਸ ਨੂੰ ਅਤਕਥਨੀ ਨਹੀਂ ਸਮਝੋਗੇ। ਮੈਨੂੰ ਡਾਕਟਰ ਜੀ ਤੁਹਾਡੀ ਹਰ ਗੱਲ ਉੱਤੇ ਪੱਥਰ ਦੀ ਲੀਕ ਵਾਂਗ ਯਕੀਨ ਹੈ ਤੇ ਇਹ ਵੀ ਖਤਰਾ ਹੈ ਕਿ ਮੇਰੀ ਹੱਡ ਬੀਤੀ ਸੁਣ ਕੇ ਤੁਸੀਂ ਸ਼ਾਇਦ ਆਪਣੇ ਇਰਾਦੇ ਉੱਤੇ ਕਾਇਮ ਨਾ ਰਹਿ ਸਕੋ।
खैर इस गल का जवाब तो वक्त ही देवेगा। फिलहाल मेरा इहो कहना है कि तुसी हुण बिना एक मिनट की देर लाए अपनी वो हड्ड बीती भी बयान कर सुटो तां जो मेरा आखिरी इम्तिहान भी हो जाए। तुहाडा नहीं, ये मेरा इम्तिहान होवेगा, मेरी किस्मत दा ते मेरे भविष्य दा। चलो इवें सही, पर हुण देर ना लाओ। पर यह राम कहानी लंबी है ते उत्तों रात भी काफ़ी बीत चुकी है, नाले तुसी सारे दिन दे थके होए हो ते रोटी भी हजे खानी है। इन्हां सारियां गल्लां दा जवाब इक्को गल विच है कि तुसी जो सुनाना है जल्दी सुना दिओ, नहीं तां मेरे दिल दी बेआरामी वधदी जाएगी। मेरा ख्याल इस काम नूं कल ते रहन दिता जावे। ना ना, ये नहीं होना पुन्निया जी, इतनी उड़ीक करन दी ताकत मेरे विच नहीं। तां फिर चलो पहलां रोटी दा काम खत्म कर लिया जावे। हाँ चलो। ते ਉਹ ਦੋਵੇਂ ਬਰਾਂਡੇ 'ਚ ਉੱਠ ਕੇ ਰਸੋਈ ਵੱਲ ਤੁਰ ਪਏ। ਧੰਨਵਾਦ।